ਨਿਹੰਗ ਸਿੰਘਾਂ ਦੇ ਘੋੜੇ ਕਾਲੇ ਪਏ ਹੋਏ ਨੇ ਦਿੱਲੀ ਦੇ ਅੰਦਰ ਐਂਟਰ ਕਰਨ ਨੂੰ ਲੈ ਕੇ। तेग बहादुर महाराज जी ने शहीदी दी आ। 4 साहिबजादे फौजियों सोडे करके दसिया इस देश लई तुसीं अज कुर्बान होने हो। ये पंथ वो है जिहड़ा मुगलों की जड़ पट्टी है जी ने। नहीं अज जिन्ने इत्थे होने सी सारे मुसलमान सी। तुसीं साडा खून हो, साडे भरा हो तुसीं। ਦਿੱਲੀ ਦੇ ਅੰਦਰ ਐਂਟਰ ਕਰਦੇ ਹੋਏ ਕਰਤਲ ਦਿਖਾਉਂਦੇ ਹੋਏ ਨਿਹੰਗ ਸਿੰਘਾਂ ਦੇ ਘੋੜੇ ਤੁਸੀਂ ਦੇਖੋ। ਅੱਟਾ ਕੱਟਾ ਇਹ ਘੋੜਾ, ਇਹ ਉਹ ਘੋੜਾ ਹੈ ਜਿਹੜਾ ਗੀਤ ਦੇ ਵਿੱਚ ਹੈਗਾ ਮੈਟਰੋ ਦੇ ਅੱਗੇ ਘੋੜਾ ਦੇਖ ਲਈ ਦੌੜਦਾ, ਇਹ ਉਹ ਵਾਲਾ ਘੋੜਾ ਹੈਗਾ। ਇੱਕ ਅਸੀਂ ਤਾਂ ਇਸ ਮੈਦਾਨ ਦੇ ਵਿੱਚ ਉਤਰੇ ਹਾਂ ਵੀ ਇਹ ਧੀਆਂ ਪੁੱਤ ਨੇ ਸਾਰੇ ਪਰਮੇਸ਼ਰ ਅਕਾਲ ਪੁਰਖ ਦੇ ਨੇ, ਕਿਤੇ ਇਹਨਾਂ ਦੇ ਨਾਲ 84 ਵਾਲਾ ਹੱਲਾ ਨਾ ਬੋਲ ਦੇਣ। ਤਾਂ ਮੈਟਰ ਹੁੰਦੀ ਵੀ ਅੱਗੇ ਆਪਣਾ ਇਹਨਾਂ ਦੀ ਸਪੀਡ ਜਦੋਂ ਇਹ ਦੌੜਨਗੇ ਨਹੀਂ, ਜਦੋਂ ਕੋਈ ਗੱਲਬਾਤ ਐਸੀ ਉਦੋਂ ਇਹਨਾਂ ਦੇ ਜਲਵੇ ਦਿਖਾਵਾਂਗੇ ਜੀ। ਸ਼ਰਦਾਈਆਂ ਛੱਕ ਕੇ ਸ਼ਹੀਦਾਂ ਸਿੰਘਾਂ ਨੂੰ ਭੋਗ ਲਵਾ ਕੇ ਫਿਰ 2 ਵਜੇ ਅਸੀਂ ਸਹੀ ਕਾਠੀਆਂ ਪਾਉਣੀਆਂ ਨੇ ਦਿੱਲੀ ਵੱਲ ਨੂੰ ਜਾਂਦੇ ਅਸੀਂ ਡੇਲੀ। ਠੀਕ ਹੈ ਨਾ। ਦਿੱਲੀ 26 ਇਹਨਾਂ ਦੀ ਜਨਵਰੀ ਹੋਊਗੀ, ਸਾਡੀ ਤਾਂ ਰੋਜ਼ ਹੀ 26 ਜਨਵਰੀ ਹੁੰਦੀ ਹੈ। ਦਿੱਲੀ 'ਚ ਹੀ ਅਸੀਂ ਰਹਿੰਦੇ ਹਾਂ। ਜਿੰਨੇ ਟਰੈਕਟਰ ਪੰਜਾਬ ਤੋਂ ਆਉਣ ਚਾਹੇ ਕਿਤੇ ਵੀ ਸਟੇਟ ਤੋਂ ਆਉਣ, ਆਪਾਂ ਆਪਣੀ ਜੱਟਾ ਪਗੜੀ ਸੰਭਾਲ ਜੱਟਾ ਲਹਿਰ ਹੈ। ਆਪਾਂ ਆਪਣੇ ਟਰੈਕਟਰ ਤੇ ਭਾਵੇਂ ਪੱਗ ਬੰਨ੍ਹ ਦਿਓ ਜੇ ਤੁਸੀਂ ਸਿਰ ਤੇ ਨਹੀਂ ਬੰਨਣੀ ਤਾਂ। ਇੱਧਰੋਂ ਵੀ ਆਉਂਦੇ ਆ, ਇੱਧਰੋਂ ਵੀ ਆਉਂਦੇ, ਚੱਕਦੀ ਆਉਂਦੇ ਇਹਨਾਂ ਦੇ ਬੈਰੀਕੇਡ। ਦੇਖ ਲਓ 3.5 ਕਰੋੜ ਕੀਮਤ ਦਾ ਆਹ ਘੋੜਾ ਹੈਗਾ। ਨਿਊਜ਼ੀਲੈਂਡ ਦਾ ਨਕਸ਼ਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਇਸ ਵੇਲੇ ਅਰਬਾਂ ਖਰਬਾਂ ਦੇ ਤਾਂ ਫਿਰ ਘੋੜੇ ਹੀ ਖੜੇ ਹੋਏ ਨੇ। ਇੱਥੇ ਤੁਸੀਂ ਦੇਖ ਸਕਦੇ ਹੋ। ਦੇਖੋ ਘੋੜੇ ਦੇ ਉੱਤੇ ਨਿਊਜ਼ੀਲੈਂਡ ਦਾ ਨਕਸ਼ਾ ਵੀ ਬਣਿਆ ਹੋਇਆ। ਜਿਹੜਾ ਇਹਨਾਂ ਦਾ ਰਾਹ ਡੱਕਦਾ ਜਾਂ ਉਹਨੂੰ ਪੈਣਗੇ ਇਹ ਭਲੇ ਲੋਕਾਂ ਨੂੰ ਕੁਝ ਨਹੀਂ ਕਹਿੰਦੇ। ਇਹ ਹੁਣ ਕੀ ਕਹਿੰਦਾ ਹੈ ਘੋੜੇ ਦੀ, ਕੀ ਸਮਝ ਪੈ ਰਹੀ ਤੁਹਾਨੂੰ, ਕੀ ਇਹਦੀ ਡਿਮਾਂਡ ਕੀ ਹੈ? ਟੱਪ ਜਾਾਂਗੇ ਬਸ। ਕਿਸਾਨ ਅੰਦੋਲਨ ਜਾਰੀ ਹੈ। ਦਿੱਲੀ ਦੀਆਂ ਬਰੂਹਾਂ ਉੱਤੇ ਬੈਠਿਆਂ ਨੂੰ ਕਿਸਾਨਾਂ ਨੂੰ ਲਗਭਗ 2 ਮਹੀਨੇ ਹੋ ਚੱਲੇ ਨੇ। ਨਿਹੰਗ ਸਿੰਘ ਸਭ ਤੋਂ ਮੂਹਰੇ ਡਟੇ ਹੋਏ ਨੇ ਸਿੰਘੂ ਬਾਰਡਰ ਦੇ ਉੱਤੇ। ਇਸ ਵੇਲੇ ਅਸੀਂ ਸਿੰਘੂ ਬਾਰਡਰ ਉੱਤੇ ਖੜੇ ਹੋਏ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਮਗਰ ਨਿਹੰਗ ਸਿੰਘਾਂ ਦੀਆਂ ਫੌਜਾਂ ਘੋੜਿਆਂ ਦੇ ਉੱਤੇ ਆ ਰਹੀਆਂ ਨੇ। ਨਿਹੰਗ ਸਿੰਘਾਂ ਦੇ ਘੋੜੇ ਕਾਲੇ ਪਏ ਹੋਏ ਨੇ ਦਿੱਲੀ ਦੇ ਅੰਦਰ ਐਂਟਰ ਕਰਨ ਨੂੰ ਲੈ ਕੇ। ਨਿਹੰਗ ਸਿੰਘਾਂ ਨੇ ਇਹ ਘੋੜੇ ਪੁੱਤਾਂ ਵਾਂਗ ਪਾਲੇ ਹੋਏ ਨੇ। ਇਹਨਾਂ ਦੀ ਖੁਰਾਕ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ। ਸੋ ਨਿਹੰਗ ਸਿੰਘ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਆਪਣੇ ਘੋੜੇ ਦੇ ਉੱਤੇ ਆ ਰਹੇ ਨੇ। ਗੁਰੂ ਦੀਆਂ ਲਾਡਲੀਆਂ ਫੌਜਾਂ ਇਸ ਵੇਲੇ ਘੋੜਿਆਂ ਦੇ ਉੱਤੇ ਤਾਇਨਾਤ ਹੈਗੀਆਂ ਨੇ ਤੇ ਕਾਫੀ ਕਾਲੇ ਪਏ ਹੁੰਦੇ ਨੇ ਘੋੜੇ ਇਹਨਾਂ ਦੇ ਬੈਰੀਕੇਡਿੰਗ ਉੱਤੇ ਜਦੋਂ ਦੇਖਿਆ ਜਾਂਦਾ ਹੈ। ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਆਈਆਂ ਹੋਈਆਂ ਨੇ। ਗੱਲਬਾਤ ਕਰਦੇ ਹਾਂ। ਕੀ ਹਾਲ ਚਾਲ, ਠੀਕ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਘੋੜਿਆਂ ਨੂੰ ਘੁਮਾਉਣ ਨਿਕਲੇ ਹੋ ਕਿਵੇਂ? ਪਰਵਾਹ ਨਾ ਕਰੋ, ਲਵੇ ਆਜੋ, ਕੁਝ ਨਹੀਂ ਕਹਿੰਦਾ ਤੁਹਾਨੂੰ। ਜੀ ਜੀ ਜੀ। ਤੇ ਉਹਨਾਂ ਨੂੰ ਇਹ ਕਹਿੰਦਾ ਜਿਹੜੇ ਚੋਰ ਨੇ ਦੁਨੀਆ ਤੇ, ਕਿਆ ਬਾਤ ਹੈ, ਭਲੇ ਮਾਨਸਾ ਲੋਕਾਂ ਨੂੰ ਕੁਝ ਨਹੀਂ ਕਹਿੰਦੇ। ਠੀਕ ਹੈ ਠੀਕ ਹੈ ਜੀ। ਇਹ ਉਹ ਜਿਹੜਾ ਇਹਨਾਂ ਦਾ ਰਾਹ ਡੱਕਦਾ ਜਾਂ ਉਹਨੂੰ ਪੈਣਗੇ ਇਹ ਭਲੇ ਲੋਕਾਂ ਨੂੰ ਕੁਝ ਨਹੀਂ ਕਹਿੰਦੇ। ਕਹਿਣ ਦਾ ਭਾਵ ਇਹੀ ਆ। ਆ ਵੇਖੋ ਆ ਸਾਰੇ ਮੁਲਾਜ਼ਮ ਬੈਠੇ ਆ। ਮੋਦੀ ਨੇ ਸਾਰੇ ਚੱਕਰਾਂ 'ਚ ਪਾਏ ਹੋਏ ਆ। ਹਾਂ ਹਾਂ ਠੀਕ ਹੈ ਨਾ। ਇਸ ਸੰਸਾਰ ਦੀ ਖੇਡ ਆ, ਪਰਮੇਸ਼ਰ ਅਕਾਲ ਪੁਰਖ ਨੇ ਖੇਡ ਬਣਾਈ ਆ। ਇਹਨਾਂ ਨੂੰ ਵੀ ਸੋਝੀ ਆਊਗੀ ਹੁਣ ਸੱਚ ਦੀ। ਕਿਉਂ ਇਹ ਦੇਸ਼ ਲਈ ਸ਼ਹੀਦ ਹੁੰਦੇ ਆ ਤੇ ਆ ਫੌਜਾਂ ਨੇ ਜਿਹੜੀਆਂ ਇਹ ਗੁਰੂ ਲਈ ਹੁੰਦੀਆਂ ਨੇ। ਹੁਣ ਇਹਨਾਂ ਨੇ ਫੈਸਲਾ ਕਰਨਾ ਵੀ ਇਹਨਾਂ ਨੇ ਗੁਰੂ ਮੂਹਰੇ ਅੜਨਾ ਜਾਂ ਫਿਰ ਹੁਣ ਆਪਣੇ ਦੇਸ਼ ਮੂਹਰੇ ਅੜਨਾ। ਠੀਕ ਹੈ ਠੀਕ ਹੈ ਠੀਕ ਹੈ। ਉਹੀ ਆ। ਤੁਹਾਨੂੰ ਨਾਲੇ 40 ਤੋਂ 50 ਸਾਲ ਹੋਏ ਨੇ ਸਾਰਿਆਂ ਨੂੰ ਦੁਨੀਆ ਤੋਂ। ਇਹ ਦੇਸ਼ ਉਹ ਆ ਜਦੋਂ ਸਾਨੂੰ ਆਜ਼ਾਦ ਕਰਾਇਆ ਮੁਗਲਾਂ ਤੋਂ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਆ। 4 ਸਾਹਿਬਜ਼ਾਦੇ ਫੌਜੀਓ ਸੋਡੇ ਕਰਕੇ ਦੱਸਿਆ ਇਸ ਦੇਸ਼ ਲਈ ਤੁਸੀਂ ਅੱਜ ਕੁਰਬਾਨ ਹੁੰਨੇ ਹੋ। ਇਹ ਪੰਥ ਉਹ ਹੈ ਜਿਹੜਾ ਮੁਗਲਾਂ ਦੀ ਜੜ ਪੱਟੀ ਆ ਜੀ ਨੇ। ਨਹੀਂ ਅਜ ਜਿੰਨੇ ਇੱਥੇ ਹੋਣੇ ਸੀ ਸਾਰੇ ਮੁਸਲਮਾਨ ਸੀ। ਤੁਸੀਂ ਸਾਡਾ ਖੂਨ ਹੋ, ਸਾਡੇ ਭਰਾ ਹੋ ਤੁਸੀਂ। ਇਸ ਕਰਕੇ ਆਪਣਾ ਸੋਚ ਸਮਝ ਕੇ। ਸੋ ਤੁਸੀਂ ਦੇਖਿਆ ਕਿ ਨਿਹੰਗ ਸਿੰਘਾਂ ਦੇ ਘੋੜੇ ਇੱਥੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ। ਜੀ ਜੀ। ਭਾਵੇਂ ਆ ਵੀ ਅਸੀਂ ਸਭ ਨੂੰ ਸੰਦੇਸ਼ ਦੇਣਾ, ਭਾਵੇਂ ਕੋਈ ਮਿਲਟਰੀ ਦੇ ਅਫਸਰ ਨੇ, ਸਭ ਨੂੰ ਕਹਿਣਾ ਵੀ ਜਿੱਤ ਸੱਚ ਦੀ ਹੋਣੀ ਆ। ਜੇ ਤੁਸੀਂ ਵੀ ਵਰਦੀਆਂ ਪਾਈਆਂ ਨੇ ਤਾਂ ਤੁਹਾਨੂੰ ਵੀ ਹੁਣ ਸੱਚ ਹੀ ਬੋਲਣਾ ਪਊਗਾ। ਇਹ ਤਾਂ ਹੁਣ ਮੋਦੀ ਅੜੂ ਵਿੱਚ ਚੋਰ। ਦਿੱਲੀ ਦੇ ਅੰਦਰ ਤੁਸੀਂ ਹਰ ਰੋਜ਼ ਘੋੜਿਆਂ ਨੂੰ ਗੇੜਾ ਲਵਾਉਣ ਜਾਂਦੇ ਹੋ, ਕੀ ਵੱਡਾ ਕਾਰਨ ਉਹਦੇ ਪਿੱਛੇ? ਕਹਿਣ ਦਾ ਭਾਵ ਸਾਡਾ ਕੋਈ ਕਾਰਨ ਨਹੀਂ, ਸਾਨੂੰ ਇਹ ਵਿਰਾਸਤ ਹੈ।
ਸਾਡਾ ਜੀਵਨ ਆ ਜਿਹੜਾ ਇਹਦੇ ਨਾਲ ਹੀ ਹੈ। ਅਸੀਂ ਸਵੇਰੇ ਸਾਡੀ ਕਿਰਿਆ ਨਾ ਜਿਹੜੀ ਸਵੇਰੇ ਹੁਣ ਰਾਤੀ 12:30 ਵਜੇ ਨਿਤਨੇਮ ਦਾ ਪਹਿਰਾ ਸਾਡੇ 1 ਵਜੇ ਚੋਭਾ ਲੱਗ ਜਾਂਦੇ 12 ਵਜੇ ਨਿਤਨੇਮ ਹੋਣ ਲੱਗ ਜਾਂਦਾ ਭਾਵ ਕਹਿੰਦਾ 1 ਵਜੇ ਨਿਤਨੇਮ ਹੋਣ ਲੱਗ ਜਾਂਦਾ। ਉਸ ਤੋਂ ਬਾਅਦ 7 ਵਜੇ ਤੱਕ ਆਸਾ ਦੀ ਵਾਰ ਹੋਣੀ, ਉਸ ਤੋਂ ਬਾਅਦ ਭੋਗ ਪੈ ਕੇ ਕੀਰਤਨ ਕਥਾ ਹੋਣੀ ਆ। ਕਥਾ ਤੋਂ ਬਾਅਦ ਪ੍ਰਸ਼ਾਦੇ ਦੀਆਂ ਚੋਭਾ ਲੱਗਣੀਆਂ, ਪ੍ਰਸ਼ਾਦੇ ਤੋਂ ਬਾਅਦ 12 ਤੋਂ ਬਾਅਦ ਸ਼ਰਦਾਈਆਂ ਤੋਂ 2 ਵਜੇ ਦੇ ਵਿੱਚ ਸ਼ਰਦਾਈਆਂ ਲੱਗਣੀਆਂ ਨੇ। ਸ਼ਰਦਾਈਆਂ ਛਕ ਕੇ ਸ਼ਹੀਦਾਂ ਸਿੰਘਾਂ ਨੂੰ ਭੋਗ ਲਵਾ ਕੇ ਫਿਰ 2 ਵਜੇ ਅਸੀਂ ਸਹੀ ਕਾਠੀਆਂ ਪਾਉਣੀਆਂ ਨੇ। ਦਿੱਲੀ ਵੱਲ ਨੂੰ ਜਾਂਦੇ ਅਸੀਂ ਡੇਲੀ, ਠੀਕ ਹੈ ਨਾ। ਦਿੱਲੀ 26 ਇਹਨਾਂ ਦੀ ਜਨਵਰੀ ਹੋਊਗੀ, ਸਾਡੀ ਤਾਂ ਰੋਜ਼ ਹੀ 26 ਜਨਵਰੀ ਹੁੰਦੀ ਹੈ। ਦਿੱਲੀ 'ਚ ਹੀ ਅਸੀਂ ਰਹਿੰਦੇ ਆ ਤੇ ਦਿੱਲੀ ਨਾਲ ਸਾਡਾ ਕੋਈ ਬੈਰ ਨਹੀਂ ਹੈਗਾ। ਬੈਰ ਸਾਡਾ ਝੂਠੇ ਖਿਲਾਫੀ ਸਿਸਟਮ ਦੇ ਨਾਲ ਹੈ, ਗੰਦੀ ਸਰਕਾਰ ਦੇ ਨਾਲ ਹੈ, ਹੋਰ ਸਾਡਾ ਕਿਸੇ ਨਾਲ ਨਹੀਂ। ਦਿੱਲੀ ਦੇ ਲੋਕ ਸਾਡੇ ਆਪਣੇ ਨੇ ਤੇ ਮੀਡੀਆ ਵੀ ਆਪਣਾ, ਫੌਜ ਵੀ ਆਪਣੇ। ਅਸੀਂ ਕਿਸਾਨ ਵੀਰਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਦਿੱਲੀ ਦੇ ਦਾਅਵੇ ਨਾ ਕਰੋ ਵੀ ਅਸੀਂ ਟਰੈਕਟਰ ਚੜਾ ਦੇਵਾਂਗੇ ਜਾਂ ਲਾਲ ਕਿਲੇ ਤੇ ਝੰਡਾ ਚੜਾ ਦੇਵਾਂਗੇ। ਉਹ ਜਿਨ੍ਹਾਂ ਨੇ ਚੜਾਇਆ ਉਹਨਾਂ ਨੂੰ ਪੁੱਛ ਕੇ ਵੇਖੋ। ਜੀ 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 ਜਿਹੜੇ ਬੋਲਦੇ ਹੁੰਦੇ ਆ ਚੜਾਉਂਦੇ ਨਹੀਂ ਹੁੰਦੇ। ਸੋ ਦੇਖਿਆ ਤੁਸੀਂ ਨਿਹੰਗ ਸਿੰਘਾਂ ਦੇ ਘੋੜੇ ਬੜੇ ਕਾਲੇ ਪਏ ਹੋਏ ਨੇ ਬੈਰੀਕੇਡਿੰਗ ਟੱਪਣ ਨੂੰ। ਸੱਚ ਬੋਲਦੇ ਇਹਨਾਂ ਨੂੰ ਪਤਾ ਵੀ ਸੱਚ ਲਈ ਹੁਣ ਦਿੱਲੀ ਨੂੰ ਜਾਣ ਦੀ ਤਿਆਰੀ ਹੈ। ਇਹਨਾਂ ਨੇ ਸਾਨੂੰ ਹਲੇ ਕਲੀਅਰ ਨਹੀਂ ਕੀਤਾ। ਜੇ ਕਿਸਾਨ ਜਥੇਬੰਦੀਆਂ ਉਹਨੂੰ ਆਈਆਂ ਹੁੰਦੀਆਂ ਨਾ, ਉਹਨੂੰ ਇਹ ਦਿੱਲੀ ਸਹੀ ਢੰਗ ਦੇ ਨਾਲ ਬੈਠੇ ਹੁੰਦੇ ਤੇ ਮੋਦੀ ਇਹਨਾਂ ਦੇ ਪੈਰਾਂ 'ਚ ਹੁੰਦਾ। ਜੇ ਜਿਸ ਦਿਨ ਮੋਦੀ ਜੀ ਕਾਨੂੰਨ ਲਾਊਗਾ ਨਾ ਤਾਂ ਸੈਂਟਰ ਦੀ ਸਰਕਾਰ ਆ ਗੁਰੂ ਦੇ ਰਾਖਿਆਂ ਤੋਂ ਡਰਦੀ ਹੈ, ਇਹਨਾਂ ਤੋਂ ਨਹੀਂ ਡਰਦੇ। ਜੇ ਉਹ ਧਰਨਾ ਲੱਗਿਆ ਜਾਂ ਕੋਈ ਵੀ ਮੈਜੋਰਟੀ ਹੋਈ ਆ, ਜੀ ਜੀ, ਅਸੀਂ ਕਿਹਦੇ ਲਈ ਲੜਨਾ ਆ? ਇਹ ਆਪਣੀ ਅੱਖਾਂ ਖੋਲਣ। ਅਸੀਂ ਸੱਚ ਤੇ ਝੂਠ ਦੀ ਲੜਾਈ ਲਈ ਆਏ ਆ। ਇੱਕ ਅਸੀਂ ਤਾਂ ਇਸ ਮੈਦਾਨ ਦੇ ਵਿੱਚ ਉਤਰੇ ਆ ਵੀ ਇਹ ਧੀਆਂ ਪੁੱਤ ਨੇ ਸਾਰੇ ਪਰਮੇਸ਼ਰ ਅਕਾਲ ਪੁਰਖ ਦੇ ਨੇ, ਕਿਤੇ ਇਹਨਾਂ ਦੇ ਨਾਲ 84 ਵਾਲਾ ਹੱਲਾ ਨਾ ਬੋਲ ਦੇਣ ਕਿ ਉਹ ਬਾਹਰੇ ਬੜੇ ਬੜੇ ਲੋਕ ਬੈਠੇ ਆ ਜੋ ਆਪਣੀ ਗੰਦੀ ਰੀਤੀ ਰਾਜਨੀਤੀ ਪੰਜਾਬ ਦੇ ਵਿੱਚ ਹੀ ਬੈਠੇ ਆ। ਹੁਣ ਉਹਨਾਂ ਦੀ ਨਹੀਂ ਚੱਲਣੀ, ਉਹ ਉੱਪਰ ਪਰਮੇਸ਼ਰ ਅਕਾਲ ਪੁਰਖ ਦੀ ਚੱਲਣੀ। ਸ਼ੁਕਰੀਆ ਗੱਲਬਾਤ ਕਰਨ ਲਈ ਤੁਹਾਡਾ। ਸੋ ਤੁਸੀਂ ਦੇਖਿਆ ਕਿ ਨਿਹੰਗ ਸਿੰਘਾਂ ਦੇ ਘੋੜੇ ਦਿੱਲੀ ਦੀਆਂ ਸਰਹੱਦਾਂ ਦੇ ਅੰਦਰ, ਜਿਹੜੇ ਲੋਕੀ ਬਾਰਡਰ ਦੀ ਗੱਲ ਕਰਦੇ ਆ, ਬਾਰਡਰ ਪਾਰ ਕਰਕੇ ਜਾਣੇ ਅਸੀਂ ਨੇ ਰੋਜ਼ ਹੀ। ਉਧਰੋਂ ਵੀ ਆਉਣੇ ਆ, ਇਧਰੋਂ ਵੀ ਆਉਂਦੇ, ਚੱਕਦੀ ਆਉਣੇ ਇਹਨਾਂ ਦੇ ਬੈਰੀਗੇਟ। ਸਾਡੇ ਨਾਲ ਕੋਈ ਇਹਨਾਂ ਦਾ ਰੌਲਾ ਨਹੀਂ ਹੈਗਾ। ਰੌਲਾ ਤਾਂ ਮੋਦੀ ਤੇ ਇਹਨਾਂ ਕਿਸਾਨਾਂ ਦਾ ਹੈ। ਅਸੀਂ ਤਾਂ ਇਹਨਾਂ ਦੇ ਹੱਕ 'ਚ ਖੜਾ। ਜਦੋਂ ਸਾਡੇ ਕੋਲੇ ਆਉਣਗੇ ਤਾਂ ਤੁਹਾਨੂੰ ਦਿੱਲੀ ਫਤਿਹ ਰਾਖਿਆ ਨਾ ਕਰਕੇ ਦਿਖਾਵਾਂਗੇ। ਇਹ ਗੁਰੂ ਦੇ ਰਾਖੇ ਦੇ, ਇਹਨਾਂ ਨੂੰ ਕੋਈ ਦੁਨੀਆ ਦੀ ਪਾਵਰ ਨਹੀਂ ਰੋਕਦਾ। 4 ਕੁੰਠਾਂ ਦੇ ਮਾਲਕ ਨੇ ਇਹ ਭਾਈ, ਜਿਹੜੇ 4 ਕੁੰਠਾਂ ਦੇ ਮਾਲਕ ਨੇ। ਉਹਨਾਂ ਨੂੰ ਹਿੰਦੂ ਮੁਸਲਮਾਨ, ਹਿੰਦੂਆਂ ਦੇ ਗੁਰੂ ਨੇ ਇਹ, ਮੁਸਲਮਾਨਾਂ ਦੇ ਪੀਰ ਨੇ। ਜਿਹੜਾ ਹੁਣ ਆਪਣੇ ਪੀਰਾਂ ਤੇ ਗੁਰੂਆਂ ਨੂੰ ਰੋਕੂਗਾ ਉਹਦਾ ਬੇੜਾ ਗਰਕ ਹੀ ਹੋਊਗਾ, ਹੋਰ ਕੀ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਦੇਖਿਆ ਕਿ ਨਿਹੰਗ ਸਿੰਘਾਂ ਦੇ ਘੋੜੇ ਇਸ ਟਾਈਮ ਦਿੱਲੀ ਦੇ ਅੰਦਰ ਐਂਟਰ ਕਰਦੇ ਹੋਏ, ਕਰਤੱਵ ਦਿਖਾਉਂਦੇ ਹੋਏ ਨਿਹੰਗ ਸਿੰਘਾਂ ਦੇ ਘੋੜੇ। ਤੁਸੀਂ ਦੇਖੋ ਹੱਟਾ ਕੱਟਾ ਇਹ ਘੋੜਾ, ਇਹ ਉਹ ਘੋੜਾ ਹੈ ਜਿਹੜਾ ਗੀਤ ਦੇ ਵਿੱਚ ਹੈਗਾ ਮੈਟਰੋ ਦੇ ਅੱਗੇ ਘੋੜਾ ਦੇਖ ਲਈ ਦੌੜਦਾ, ਇਹ ਉਹ ਵਾਲਾ ਘੋੜਾ ਹੈਗਾ। ਸੋ ਇਹ ਨਿਹੰਗ ਸਿੰਘਾਂ ਦੇ ਜਿਹੜੇ ਘੋੜੇ ਹੈਗੇ ਨੇ ਕਰਤੱਵ ਦਿਖਾਉਂਦੇ, ਪੁੱਤਾਂ ਦੇ ਵਾਂਗੂ ਇਹਨਾਂ ਨੇ ਜਿਹੜੇ ਘੋੜੇ ਹੈਗੇ ਨੇ ਉਹ ਪਾਲੇ ਹੋਏ ਨੇ। ਖੁਰਾਕ ਦਾ ਵੀ ਇਹਨਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਦਿੱਲੀ ਦੀਆਂ ਬਰੂਹਾਂ ਉੱਤੇ ਨਿਹੰਗ ਸਿੰਘਾਂ ਦੇ ਘੋੜੇ ਖਿੱਚ ਦਾ ਕੇਂਦਰ ਜਿਹੜੇ ਹੈਗੇ ਨੇ ਉਹ ਜ਼ਰੂਰ ਬਣੇ ਨੇ। ਲੋਕ ਆਉਂਦੇ ਨੇ, ਆਪਣੀਆਂ ਸੈਲਫੀਆਂ ਵੀ ਇਹਨਾਂ ਘੋੜਿਆਂ ਦੇ ਨਾਲ ਲੈਂਦੇ ਨਜ਼ਰ ਆਉਂਦੇ ਨੇ ਤੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਦਿੱਲੀ ਦੇ ਅੰਦਰ ਇਹ ਕਰਤੱਵ ਜ਼ਰੂਰ ਦਿਖਾਉਂਦੇ ਹੁੰਦੇ ਨੇ ਘੋੜੇ। ਸੋ ਹੁਣ ਤੁਹਾਨੂੰ ਅਸੀਂ ਨਿਹੰਗ ਸਿੰਘਾਂ ਦੇ ਜਿੱਥੇ ਘੋੜੇ ਬੰਨੇ ਹੁੰਦੇ ਨੇ ਅਸਤਬਲ ਦੇ, ਉੱਥੇ ਲੈ ਚੱਲਦੇ ਹਾਂ ਕਿ ਤੁਹਾਨੂੰ ਪਤਾ ਲੱਗੂਗਾ ਕਿ ਵਾਕਿਆ ਹੀ ਨਿਹੰਗ ਸਿੰਘ ਇਹਨਾਂ ਘੋੜਿਆਂ ਨੂੰ ਕਿਵੇਂ ਪਿਆਰ ਕਰਦੇ ਨੇ। ਆਓ ਹੁਣ ਚੱਲਦੇ ਹਾਂ ਤੁਹਾਨੂੰ ਨਿਹੰਗ ਸਿੰਘਾਂ ਦੇ ਘੋੜਿਆਂ ਦੇ ਅਸਤਬਲ ਦੇ ਅੰਦਰ ਲੈ ਕੇ। ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਡਟੀਆਂ ਹੋਈਆਂ ਨੇ। ਇਸ ਵੇਲੇ ਅਸੀਂ ਖੜੇ ਹੋਏ ਹਾਂ ਸਿੰਘੂ ਬਾਰਡਰ ਦੇ ਉੱਤੇ। ਨਿਹੰਗ ਸਿੰਘ ਦੀਆਂ ਫੌਜਾਂ ਵੀ ਇੱਥੇ ਹੈਗੀਆਂ ਨੇ। ਜਿਹੜੇ ਇੱਥੇ ਘੋੜੇ ਲਿਆਂਦੇ ਗਏ ਨੇ, ਵਨ ਸੁਵੰਨੇ ਘੋੜੇ ਹੈਗੇ ਨੇ ਤੇ ਉਹਨਾਂ ਨੂੰ ਵੀ ਪੁੱਤਾਂ ਵਾਂਗ ਇੱਥੇ ਰੱਖਿਆ ਜਾਂਦਾ ਹੈ, ਪਾਲਿਆ ਜਾਂਦਾ ਹੈ। ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਬਾ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਕੁਲਵਿੰਦਰ ਸਿੰਘ ਜੀ। ਜੀ ਜੀ, ਮੈਂ ਦੇਖ ਰਿਹਾ ਜਦੋਂ ਦਾ ਸੰਘਰਸ਼ ਸ਼ੁਰੂ ਹੋਇਆ ਪਹਿਲੇ ਦਿਨ ਤੋਂ ਹੀ ਨਿਹੰਗ ਸਿੰਘਾਂ ਦੀ ਫੌਜਾਂ ਸਭ ਤੋਂ ਮੂਹਰੇ ਡਟੀਆਂ ਹੋਈਆਂ ਨੇ ਤੇ ਇੰਨੇ ਦਿਨ ਹੋ ਗਏ ਨੇ ਇੱਥੇ ਸੰਘਰਸ਼ ਨੂੰ। ਹੁਣ ਤੱਕ ਤੁਸੀਂ ਕੀ ਵਾਚਿਆ ਹੈਗਾ? ਲੰਮਾ ਸੰਘਰਸ਼ ਚੱਲਦਾ ਹੈ, ਉਸ ਲਈ ਵੀ ਪੂਰੀ ਤਰ੍ਹਾਂ ਤਿਆਰ ਬੈਠੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚੱਲਦਾ ਵਹੀਰ ਚੱਕਰਵਰਤੀ, 5ਵਾਂ ਤਖਤ 96 ਕਰੋੜੀ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ ਅਕਾਲੀ 96 ਕਰੋੜੀ। ਇਹ ਜੀ ਆਪਣਾ ਉਹਨਾਂ ਦੀ ਅਗਵਾਈ ਵਿੱਚ ਹੀ ਮਤਲਬ ਸਾਰਾ ਪ੍ਰੋਸੀਜਰ ਚੱਲ ਰਿਹਾ ਜੀ। ਘੋੜਿਆਂ ਦਾ ਰਾਸ ਆ ਪਾਲਕੀ ਸਾਹਿਬ, ਦਰਬਾਰ ਸਾਹਿਬ, ਲੰਗਰ ਸਾਹਿਬ, ਇਹ ਸਾਰਾ ਉਹਨਾਂ ਦੀ ਦੇਖ ਰੇਖ ਵਿੱਚ ਹੀ ਚੱਲ ਰਿਹਾ ਜੀ। ਮੈਂ ਦੇਖ ਰਿਹਾ ਤੁਸੀਂ ਘੋੜਿਆਂ ਨੂੰ ਬੜੇ ਪੁੱਤਾਂ ਵਾਂਗ ਪਾਲਦੇ ਹੋ। ਖੁਰਾਕ ਦਾ ਇਹਨਾਂ ਦਾ 24 ਘੰਟੇ ਧਿਆਨ ਰੱਖਦੇ ਹੋ। ਰਾਤ ਵੇਲੇ ਵੀ ਕਈ ਵਾਰੀ ਅਸੀਂ ਦੇਖਦੇ ਹੁੰਦੇ ਆ ਤੁਸੀਂ ਇਹਨਾਂ ਨੂੰ ਪਲੋਸਦੇ ਹੁੰਦੇ ਹੋ। ਤੇ ਘੋੜਿਆਂ ਨਾਲ ਇੰਨਾ ਪਿਆਰ ਕਿਵੇਂ ਪੈ ਗਿਆ ਤੁਹਾਡਾ ਜੀ? ਇਹ ਤਾਂ ਨਹੀਂ ਆਪਣਾ ਜਿਵੇਂ ਬੱਚਾ ਆਪਣਾ ਜਵਾਕ ਹੁੰਦਾ ਘਰੇ, ਆਪਾਂ ਜਵਾਕ ਦੀ ਕੇਅਰ ਕਰਦੇ ਹਾਂ ਬੱਚਿਆਂ ਦੀ, ਇਹ ਵੀ ਆਪਣਾ ਇੱਕ ਸਰੀਰ ਦਾ ਅੰਗ ਹੀ ਹੈ ਜੀ। ਠੀਕ ਹੈ। ਹਾਂਜੀ। ਤੇ ਜਿਵੇਂ 26 ਤਰੀਕ ਨੂੰ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਹੈ ਤੇ ਉਸ ਨੂੰ ਲੈ ਕੇ ਗੁਰੂ ਸਾਹਿਬਾਨ ਦੀਆਂ ਲਾਡਲੀਆਂ ਫੌਜਾਂ ਦੀ ਕੀ ਰਣਨੀਤੀ ਅਗਲੀ? ਸਾਡੀ ਵੀ ਕਿਸਾਨ ਜਥੇਬੰਦੀਆਂ ਨਾਲ ਹੀ ਮਤਲਬ ਇਹ ਰਣਨੀਤੀ ਹੈ, ਉਹਨਾਂ ਦੇ ਨਾਲ ਹੀ ਅਸੀਂ ਡਿਪੈਂਡ ਹੈ। ਤੇ ਜਿਵੇਂ ਵੀ ਉਹ ਜਾਂ ਸਾਡੇ ਜਿਹੜੇ ਵੱਡੇ ਬਾਬਾ ਜੀ ਨੇ 96 ਕਰੋੜੀ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ ਅਕਾਲੀ, ਉਹ ਸਾਨੂੰ ਵੀ ਮਤਲਬ ਹੁਕਮ ਦੇਣਗੇ ਵੀ ਆਪਣਾ ਘੋੜਿਆਂ ਦੇ ਮਾਰਚ ਕਰਨਾ, ਸੋ ਅਸੀਂ ਉਦਾਂ ਹੀ ਕਰਾਂਗੇ।
ਗੀਤ ਵੀ ਬਣੇ ਹੋਏ ਨੇ, ਮੈਟਰੋ ਤੋਂ ਦੇਖ ਲਈ ਘੋੜਾ, ਮੈਟਰੋ ਦੇ ਅੱਗੇ ਅੱਗੇ ਦੇਖ ਲਈ ਘੋੜਾ ਦੌੜਦਾ। ਤੋਂ ਨਿਹੰਗ ਸਿੰਘਾਂ ਦੇ ਜਿਹੜੇ ਘੋੜੇ ਹੈਗੇ ਨੇ ਪੂਰੀ ਤਰ੍ਹਾਂ ਤਿਆਰ ਕੀਤੇ ਜਾ ਰਹੇ ਨੇ। ਤੇ ਤੁਹਾਨੂੰ ਲੱਗਦਾ ਹੈ ਕਿ ਲੋੜ ਪਈ ਤਾਂ ਅੱਗੇ ਅੱਗੇ ਵੀ ਦੌੜਨਗੇ ਮੈਟਰੋ ਦੇ? ਬਿਲਕੁਲ ਬਿਲਕੁਲ ਜੀ। ਕਿਹੜੀ ਮੈਟਰੋ, ਇਹ ਤਾਂ ਮੈਟਰੋ ਤੋਂ ਵੀ ਅੱਗੇ ਆਪਣਾ ਇਹਨਾਂ ਦੀ ਸਪੀਡ ਜਦੋਂ ਇਹ ਦੌੜਨਗੇ ਨਾ ਜੀ, ਜਦੋਂ ਕੋਈ ਗੱਲਬਾਤ ਐਸੀ, ਉਦੋਂ ਇਹਨਾਂ ਦੇ ਜਲਵੇ ਦਿਖਾਵਾਂਗੇ ਜੀ। ਮੈਂ ਦੇਖਿਆ ਕਿ ਬੜਾ ਸ਼ਿੰਗਾਰ ਕੇ ਰੱਖਿਆ ਹੋਇਆ ਤੁਸੀਂ, ਕਾਫੀ ਉੱਚੇ ਲੰਮੇ ਕੱਦ ਦੇ ਘੋੜੇ ਹੈਗੇ ਨੇ ਇੱਥੇ, ਤੇ ਹੋਰ ਵੀ ਬਥੇਰੇ ਮੈਂ ਦੇਖਿਆ ਕਿ ਘੋੜੇ ਇੱਥੇ ਆਏ ਹੋਏ ਨੇ। ਤੇ ਇਹਨਾਂ ਦੀ ਜਿਹੜੀ ਖੁਰਾਕ ਹੈਗੀ ਹੈ, ਕਿਉਂਕਿ ਇਹਨਾਂ ਨੂੰ ਖਾਣ ਪੀਣ ਦਾ ਵੀ ਚਾਹੀਦਾ, ਫਿਰ ਤੁਸੀਂ ਖੁਰਾਕ ਕਿੱਥੋਂ ਲੈ ਕੇ ਆਏ, ਕਿਵੇਂ ਅਰੇਂਜਮੈਂਟ ਹੁੰਦੀ ਹੈ ਇਹਨਾਂ ਦੀ? ਇਹ ਸਾਰੇ ਖੁਰਾਕ ਜੀ ਆਪਣਾ ਪਬਲਿਕ ਹੀ ਉਹ ਕਰ ਰਹੀ ਹੈ ਜੀ, ਅਰੇਂਜਮੈਂਟ ਇਹਨਾਂ ਦਾ ਜੀ। ਅੱਛਾ ਅੱਛਾ ਪਬਲਿਕ ਹੀ ਕਰ ਰਹੀ ਹੈ, ਛੋਲਿਆਂ ਦਾ, ਜੌਆਂ ਦਾ, ਚੋਕਰ, ਸਭ ਪਬਲਿਕ ਦੀ ਮਿਹਰਬਾਨੀ ਹੈ ਜੀ। ਅੱਛਾ ਅੱਛਾ ਜੀ। ਕਾਸੇ ਜੀ ਤਾਂ ਘਾਟੇ ਨਹੀਂ ਹੈਗੇ ਜੀ ਇੱਥੇ। ਤੇ ਹਰਿਆਣੇ ਦੇ ਵੱਲੋਂ ਵੀ ਸਾਥ ਆ ਰਿਹਾ ਜੀ? ਹਾਂ, ਇਹ ਹਰਿਆਣੇ ਦਾ ਪੂਰਾ ਰਿਸਪੌਂਸ ਮਿਲ ਰਿਹਾ ਜੀ। ਕੱਖ ਵਗੈਰਾ ਸਭ ਬਹੁਤ ਸੇਵਾ ਕਰ ਰਹੇ ਹਰਿਆਣੇ ਦੇ ਲੋਕ ਵੀ ਜੀ। ਠੀਕ ਹੈ ਜੀ। ਹਾਂਜੀ। ਤੇ ਮੈਂ ਦੇਖਿਆ ਜਦੋਂ ਵੀ ਤੁਸੀਂ ਸਿੰਘੂ ਬਾਰਡਰ ਦੇ ਉੱਤੇ ਘੋੜਿਆਂ ਨੂੰ ਲੈ ਕੇ ਨਿਕਲਦੇ ਹੋ ਤੇ ਇੱਕ ਖਿੱਚ ਦਾ ਕੇਂਦਰ ਜ਼ਰੂਰ ਬਣਦੇ, ਲੋਕ ਸਾਰੇ ਬੜੇ ਦਿਲ ਕੇ ਖੁਸ਼ ਹੁੰਦਾ ਨਾ ਦੇਖਣ, ਦੂਰੋਂ ਦੂਰੋਂ ਇੱਥੇ ਆ ਕੇ ਸੈਲਫੀਆਂ ਵੀ ਖਿਚਾਉਂਦੇ ਨੇ ਇਹਨਾਂ ਘੋੜਿਆਂ ਦੇ ਨਾਲ। ਤੇ ਅਕਸਰ ਤੁਸੀਂ ਜਦੋਂ ਵੀ ਮੈਂ ਦੇਖਿਆ, ਜਦੋਂ ਪਿਛਲੀ ਵਾਰੀ ਸਿੰਘੂ ਬਾਰਡਰ ਦੇ ਘੋੜੇ ਲੈ ਕੇ ਨਿਕਲੇ ਸੀਗੇ, ਤੇ ਇੱਕ ਵਾਰੀ ਪੁਲਿਸ ਦੀ ਚੁਕੰਨੀ ਜ਼ਰੂਰ ਹੋ ਜਾਂਦੀ ਹੈ ਕਿ ਇਹ ਬਾਬੇ ਕਿੱਧਰ ਨੂੰ ਆ ਗਏ। ਉਹਨਾਂ ਨੂੰ ਤਾਂ ਆਪਣੇ ਕਈ ਜਿਹੜੇ ਇੱਥੇ ਹੈਗੇ ਨੇ, ਜਿਹੜੇ ਸੁਰੱਖਿਆ ਬਲ ਹੈਗੇ ਨੇ, ਉਹਨਾਂ ਨੂੰ ਆਪਣੇ ਸੱਭਿਆਚਾਰ ਬਾਰੇ ਨਹੀਂ ਗਿਆਨ ਹੈਗਾ। 2000 ਘੋੜਾ ਤਾਂ ਇੱਥੇ ਹੈ ਜੀ। 2000 ਘੋੜਾ ਜੀ? 2000 ਘੋੜਾ ਜੀ। ਕੋਈ ਗੱਲ ਨਹੀਂ, ਟਾਈਮ ਪਏ ਆਪਣਾ ਮਿਲ ਲਿਆਵਾਂਗੇ ਉਹਨਾਂ ਨੂੰ ਵੀ ਜੀ। ਇਹ ਜਿਹੜਾ ਕੁਝ ਕਰਨਗੇ ਘੋੜੇ ਹੀ ਕਰਨਗੇ ਜੀ, ਇਹਨਾਂ ਮੂਹਰੇ ਕੋਈ ਨਹੀਂ ਖੜੂਗਾ। ਠੀਕ। ਆ ਕਿਹੜੇ ਆ ਮਿਲਟਰੀ ਸ਼ਿਲਟਰੀ ਜੀ। ਮਤਲਬ ਕਿ ਇਹ ਕਿੰਨੀ ਕੁ ਉੱਚੀ ਛਾਲ ਮਾਰ ਲੈਂਦੇ ਨੇ ਘੋੜੇ, ਜੇ ਬੈਰੀਗੇਡ ਟੱਪਣੇ ਟੱਪ ਜਾਂਦੇ ਨੇ? ਇਹਦੀ ਹਾਈਟ ਦੇਖੋ, ਪਤਾ ਨਹੀਂ ਕਿੰਨੀ ਹੋਣੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਉੱਚੀ ਹੈਗੀ ਹੈ ਹਾਈਟ ਜਿਹੜੀ ਸਾਹਮਣੇ ਆ ਬੈਰੀਗੇਡ। ਮੈਂ ਚਾਹੁੰਦਾ ਕਿ ਕੈਮਰਾਮੈਨ ਨੂੰ ਦਿਖਾਉਣ ਕਿ ਅੱਛਾ ਜਿਹੜਾ ਉਹ ਸਾਹਮਣੇ ਹੈਗਾ ਉਹ ਤਾਂ ਫਿਰ ਆਪਣੇ 8 ਤੁਸੀਂ ਆ ਤਰਪਾਲ ਲਾ ਲਓ। ਤੁਸੀਂ ਤਰਪਾਲ ਤੋਂ ਆਏ ਦੇਖ ਲਓ ਕਿੰਨੀ ਉਚਾਈ ਹੈ। ਕੀ ਬਾਤ। ਅੱਛਾ, ਇਹ ਤਰਪਾਲ ਤੋਂ ਉੱਪਰ ਜੇ ਛਾਲ ਮਾਰਨੀ ਕੋਈ ਟੱਪ ਜਾਣਗੇ? ਟੱਪ ਜਾਣਗੇ, ਬਿਲਕੁਲ ਜੀ ਬਿਲਕੁਲ। ਇਹ ਉਹ ਫਾਰਮੀ ਘੋੜੇ ਨਹੀਂ ਹੈਗੇ, ਜੰਗੀ ਘੋੜੇ ਨੇ ਜੀ। ਅੱਛਾ। ਉਹ ਜਿਹੜੇ ਕੁਝ ਲੋਕਾਂ ਕੋਲੇ ਫਾਰਮੀ ਘੋੜੇ ਹੁੰਦਾ, ਜਿਹੜੇ ਘਰੇ ਹੁੰਦੇ ਨੇ ਜਾਂ ਫਾਰਮ ਦੇ ਵਿੱਚ ਹੁੰਦੇ ਨੇ, ਇਹ ਉਹ ਘੋੜੇ ਨੇ, ਗੁਰੂ ਮਹਾਰਾਜ ਦੇ ਘੋੜੇ ਨੇ ਜੀ। ਕੀ ਬਾਤ ਹੈ, ਕੀ ਬਾਤ। ਹਾਂਜੀ। ਸੋ ਤੁਸੀਂ ਸੁਣਿਆ ਕਿ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਘੋੜੇ ਹੈਗੇ ਨੇ ਫਾਰਮੀ ਘੋੜੇ ਨਹੀਂ ਹੈਗੇ, ਇਹ ਜੰਗੀ ਘੋੜੇ ਹੈਗੇ ਨੇ। ਜੇ ਲੋੜ ਪਈ ਤਾਂ ਭਾਵੇਂ ਸਾਹਮਣੇ 8 10 12 ਫੁੱਟ ਤੱਕ ਦੀ ਉੱਚੀ ਲੰਮੀ ਛਾਲ ਮਾਰ ਜਾਂਦੇ ਨੇ। 3.5 ਕਰੋੜ ਕੀਮਤ ਆ ਘੋੜੇ ਦੀ। 3.5 ਕਰੋੜ ਕੀਮਤ ਦੀ। ਸੋ ਆ ਤੁਸੀਂ ਦੇਖ ਲਓ, 3.5 ਕਰੋੜ ਕੀਮਤ ਦਾ ਆ ਘੋੜਾ ਹੈਗਾ। ਨਿਊਜ਼ੀਲੈਂਡ ਦਾ ਨਕਸ਼ਾ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਇਸ ਵੇਲੇ ਅਰਬਾਂ ਖਰਬਾਂ ਦੇ ਤਾਂ ਫਿਰ ਘੋੜੇ ਹੀ ਖੜੇ ਹੋਏ ਨੇ ਇੱਥੇ, ਤੁਸੀਂ ਦੇਖ ਸਕਦੇ ਹੋ। ਜੇ ਆਪਾਂ ਬਾਕੀ ਨਿਊਜ਼ੀਲੈਂਡ ਦਾ ਨਕਸ਼ਾ ਦੇਖੋ। ਅੱਛਾ, ਨਿਊਜ਼ੀਲੈਂਡ ਦਾ ਨਕਸ਼ਾ ਬਣਿਆ ਜੀ। ਠੀਕ ਹੈ, ਆ ਦੇਖੋ ਘੋੜੇ ਦੇ ਉੱਤੇ ਨਿਊਜ਼ੀਲੈਂਡ ਦਾ ਨਕਸ਼ਾ ਵੀ ਬਣਿਆ ਹੋਇਆ। ਤੇ ਇਹਦੇ ਚਿੱਟੇ ਤੇ ਕਾਲੇ ਰੰਗ ਦਾ ਜਿਹੜਾ ਘੋੜਾ ਹੈਗਾ, ਕਹਿੰਦਾ ਤਾਂ ਨਹੀਂ ਕੁਝ ਇਹ? ਕਹਿੰਦਾ ਤਾਂ ਬਹੁਤ ਕੁਝ ਹੈ। ਤੁਹਾਨੂੰ ਨਹੀਂ ਕਹਿੰਦਾ, ਤੁਹਾਡੇ ਨਾਲ ਪਿਆਰ ਹੈ, ਹਾਲੇ ਮੇਰੇ ਨਾਲ ਪਿਆਰ ਨਹੀਂ, ਇਹਦਾ ਪਿਆਰ ਹੈ। ਹਾਂਜੀ ਹਾਂਜੀ। ਠੀਕ। ਕੀ ਨਾਮ ਹੈਗਾ ਇਹਦਾ? ਤੂੰ ਹੀ ਜੀ, ਮਤਲਬ ਵੀ ਤੂੰ ਹੀ। ਕੀ ਬਾਤ ਹੈ। ਤੂੰ ਹੀ ਇਹਦਾ ਨਾਂ ਹੈ, ਗੱਦੀ ਵਾਲਾ ਘੋੜਾ ਜੀ ਇਹ। ਮੈਂ ਦੇਖਿਆ ਸਭ ਤੋਂ ਜ਼ਿਆਦਾ ਪਿਆਰ ਇਸ ਘੋੜੇ ਦਾ ਤੁਹਾਡੇ ਨਾਲ ਹੀ ਹੈਗਾ। ਹੁਣ ਕਿੰਨੇ ਕੁ ਮਹੀਨਿਆਂ ਦਾ ਹੋ ਚੁੱਕਾ ਹੈ? ਇਹ ਹੈਗਾ 5 ਸਾਲਾਂ ਦਾ ਜੀ। 5 ਸਾਲਾਂ ਦਾ, ਸੌਰੀ 5 ਸਾਲਾਂ ਦਾ ਹੈਗਾ। ਤੇ 5 ਸਾਲਾਂ ਦਾ ਆਮ ਤੌਰ ਤੇ ਮਤਲਬ ਘੋੜੇ ਦੀ ਆਪਾਂ ਦੇਖੀ ਤਾਂ ਉਮਰ ਕਿੰਨੀ ਕੁ ਹੁੰਦੀ ਹੈ ਜੀ? ਲਗਭਗ ਉਮਰ ਤਾਂ ਵੀ ਆਪਣੇ ਜਿਵੇਂ ਆਪਣੇ ਇਨਸਾਨ ਦੀ ਉਦਾਂ ਹੀ ਹੈ। ਉਹ ਆਪਾਂ ਕਹਿ ਲਈਏ ਆਪਣਾ 20 25 ਹਨਾ। ਠੀਕ ਹੈ। ਤੇ ਖੁਰਾਕ ਵਿੱਚ ਕੀ ਕੀ ਦੇ ਰਹੇ ਹੋ ਇਹਨਾਂ ਨੂੰ ਤੁਸੀਂ? ਖੁਰਾਕ ਵਿੱਚ ਛੋਲੇ, ਜੌਂ, ਚੋਕਰ, ਸਭ ਕੁਝ ਹੀ ਜੋ ਹੈ ਇਹਨਾਂ ਦੀ ਖੁਰਾਕ ਡਾਈਟ। ਠੀਕ ਹੈ, ਠੀਕ ਹੈ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਘੋੜਿਆਂ ਦਾ ਨਿਹੰਗ ਸਿੰਘਾਂ ਨਾਲ ਕਿੰਨਾ ਪਿਆਰ ਹੈਗਾ ਤੇ ਵਾਰ-ਵਾਰ ਘੋੜਾ ਉਹਨਾਂ ਨੂੰ ਚੁੰਮ ਰਿਹਾ ਹੈਗਾ ਤੇ ਇਹ ਇਹਨਾਂ ਘੋੜੇ ਦੀ ਕੇਅਰ ਕਰਦੇ ਨੇ। ਘੋੜੇ ਦਾ ਨਾਮ ਹੈ ਤੂੰ ਹੀ, ਮਤਲਬ ਕਿ ਤੂੰ ਹੀ ਹੈ ਜੋ ਹੈ। ਇਹ ਘੋੜੇ ਜਿਹੜੇ ਹੈਗੇ ਨੇ ਫਾਰਮੀ ਘੋੜੇ ਨਹੀਂ ਹੈਗੇ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਘੋੜੇ ਨੇ ਇਹ ਜੰਗੀ ਘੋੜੇ ਨੇ। ਤੁਹਾਨੂੰ ਉਧਰ ਦੀਆਂ ਵੀ ਤਸਵੀਰਾਂ ਦਿਖਾਉਂਦੇ ਆ, ਪਿੱਛੇ ਵੀ ਕਿੰਨੇ ਵਧੀਆ ਵਧੀਆ ਇੱਥੇ ਘੋੜੇ ਲਿਆਂਦੇ ਹੋਏ ਨੇ। ਇਹ ਸਿੰਘੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਸਿੰਘੂ ਬਾਰਡਰ ਦੇ ਉੱਤੇ ਪਹਿਲੇ ਦਿਨ ਤੋਂ ਜਿਹੜੇ ਹੈਗੇ ਨੇ ਨਿਹੰਗ ਸਿੰਘਾਂ ਦੀਆਂ ਫੌਜਾਂ ਇੱਥੇ ਡਟੀਆਂ ਹੋਈਆਂ ਨੇ। ਇੱਥੇ ਉੱਚੇ ਲੰਮੇ ਤਕੜੇ ਕੱਦਾਂ ਦੇ ਜਿਹੜੇ ਘੋੜੇ ਹੈਗੇ ਨੇ, ਤੁਸੀਂ ਦੇਖੋ ਇੱਥੇ ਤਸਵੀਰਾਂ। ਉਹ ਸਾਹਮਣੇ ਕਾਲੇ ਰੰਗ ਦਾ ਘੋੜਾ ਬੜਾ ਸੋਹਣਾ ਹੈਗਾ। ਬਹੁਤ ਸਾਰੇ ਲੋਕ ਉਸ ਨਾਲ ਤਸਵੀਰਾਂ ਖਿਚਵਾਉਂਦੇ ਵੀ ਨਜ਼ਰ ਆਉਂਦੇ ਨੇ। ਆਹ ਦੇਖੋ, ਇਸ ਘੋੜੇ ਨੂੰ ਦੇਖੋ ਤੁਸੀਂ, ਤੇ ਪੂਰਾ ਤਕੜਾ ਪਿਆ ਵੀ ਘੋੜਾ। ਤੇ ਹਾਲਾਂਕਿ ਇਹਨਾਂ ਦੇ ਪੈਰ ਬੰਨ੍ਹ ਕੇ ਰੱਖੇ ਹੋਏ ਨੇ, ਤੇ ਪੈਰ ਬੰਨ੍ਹ ਕੇ ਰੱਖੇ ਹੋਏ ਨੇ ਕਿਉਂਕਿ ਕਿਤੇ ਉੱਚੀ ਲੰਮੀ ਛਾਲ ਨਾ ਮਾਰ ਜਾਣ, ਇਸ ਕਰਕੇ ਇਹਨਾਂ ਦੇ ਜਿਹੜੇ ਹੈਗੇ ਨੇ ਇਹ ਪੈਰ ਬੰਨੇ ਹੋਏ ਨੇ। ਤੇ ਘੋੜਿਆਂ ਨੂੰ ਸਮੇਂ-ਸਮੇਂ ਉੱਤੇ ਇਹ ਘੋੜਾ ਕਿੰਨੇ ਦਾ ਜੀ? ਇਹਦਾ ਪਿਓ 9.5 ਕਰੋੜ ਦਾ। 9.5 ਕਰੋੜ ਦਾ? ਇਹਦਾ ਪਿਓ ਅੱਛਾ ਅੱਛਾ। 3.5 ਟਿੱਕਰ ਦਾ ਲੱਗ ਗਿਆ ਵਾ। ਕਿੰਨੇ ਦਾ ਹੈਗਾ ਘੋੜਾ? ਇਹ 3 ਟਿੱਕਰ ਦਾ ਇਹਦਾ ਲੱਗ ਗਿਆ ਵਾ। ਇਹਦਾ ਪਿਓ ਜਿਹੜਾ ਕਾਲਾ ਕਾਂਟਾ ਪੰਜਾਬ ਦੇ ਵਿੱਚ ਆ, ਅੱਛਾ। 9.5 ਕਰੋੜ ਦਾ ਇਹਦਾ ਪਿਓ ਜਿਹੜਾ। 9.5 ਕਰੋੜ? ਹਾਂਜੀ, ਕਾਲਾ ਕਾਂਟਾ ਇਹਦੇ ਪਿਓ ਦਾ ਨਾਂ। ਠੀਕ ਹੈ, ਠੀਕ ਹੈ। ਇਹ ਬੱਚਾ ਅਜੇ 2.5 ਸਾਲਾਂ ਦਾ ਹੈ। ਤੇ ਆਹ ਵਾਲਾ ਜਿਹੜਾ ਘੋੜਾ ਹੈਗਾ ਇਹ ਕਿਸ ਨਸਲ ਦਾ ਹੈ? ਇਹ ਸੁਲਤਾਨ ਆ। ਸੁਲਤਾਨ। ਆਓ ਤੁਹਾਨੂੰ ਸੁਲਤਾਨ ਦੇ ਵੀ ਦਰਸ਼ਨ ਕਰਾਉਂਦੇ ਆ। ਇਹ ਸੁਲਤਾਨ ਘੋੜਾ ਦੇਖੋ ਇੱਥੇ
ਉੱਚੇ ਲੰਮੇ ਘੋੜੇ ਹੈਗੇ ਨੇ ਸੁਲਤਾਨ ਘੋੜਾ ਤੇ ਇਹ ਕਿਹੜੀ ਨਸਲ ਦਾ? ਇਹ ਵੀ ਮਾਲਵਾੜੀ ਆ ਜਿੰਨੇ ਸਾਡੇ ਕੋਲ। ਮਾਲਵਾੜੀ ਘੋੜਾ ਹੈਗਾ। ਉਹ ਜਿਹੜਾ ਕਾਲਾ ਘੋੜਾ ਖੜਾ ਉਹਦਾ ਨਾਂ ਬੈਲੀ ਆ। ਅੱਛਾ ਹਾਂਜੀ। ਤੇ ਇਹਨਾਂ ਦੇ ਵਿੱਚੋਂ ਸਭ ਤੋਂ ਸ਼ੈਤਾਨ ਘੋੜਾ ਕਿਹੜਾ ਹੈਗਾ? ਸਤਾਨ ਸਾਰੇ ਹੀ ਸਤਾਨ ਨੇ, ਦੇਖਣ ਨੂੰ ਸਾਊ ਜਿਹਾ, ਤਾਈਓ ਲੱਤਾਂ ਬੰਨੀਆਂ ਦੇਖਣ ਨੂੰ ਸਾਊ ਜਿਹੇ ਆ। ਮੈਂ ਜਾਣਨਾ ਚਾਹੁੰਦਾ ਇਹਨਾਂ ਲੱਤਾਂ ਕਿਉਂ ਬੰਨੀਆਂ ਹੋਈਆਂ? ਇਹ ਵੀ ਕਿਸੇ ਦੇ ਲੱਤ ਨਾ ਮਾਰੇ ਜਾਂ ਗਾਂ ਨਾ ਹੋਵੇਗੀ ਜਾਂ ਕਿਸੇ ਨੂੰ ਹੋਰ ਨਾ ਕੋਈ ਤੰਗ ਨਾ ਕਰੇ, ਇਹ ਤਾਂ ਬੰਨੀਆਂ। ਕਈ ਵਾਰ ਐਂ ਭੱਜ ਕੇ ਪੈ ਜਾਂਦਾ ਨਾ, ਜਿਵੇਂ ਉਹ ਮੁੰਡਾ ਖੜਾ ਇਹਨੇ ਭੱਜ ਕੇ ਛਾਲ ਮਾਰਨੀ ਆ ਪੈਣਾ ਉਹਨੂੰ, ਫਿਰ ਇਹਦੀਆਂ ਲੱਤਾਂ ਬੰਨੀਆਂ, ਇਦੋਂ ਗਾਂ ਨਹੀਂ ਹੋ ਸਕਦਾ ਉਹਦੇ ਕੋਲੇ। ਮੈਨੂੰ ਲੱਗਦਾ ਨਿਹੰਗ ਸਿੰਘਾਂ ਦੇ ਘੋੜੇ ਤੁਹਾਡੇ ਨਾਲੋਂ ਜ਼ਿਆਦਾ ਕਾਲੇ ਹੈਗੇ ਨੇ ਆ ਦਿੱਲੀ ਦੇ ਬੂਹਾ ਅੱਗੇ ਬੈਰੀਕੇਡਿੰਗ ਨੂੰ ਟੱਪਣ ਨੂੰ। ਜਿਵੇਂ ਕਹਿੰਦੇ ਨੇ ਵੀ ਪੁਲਿਸ ਵਾਲੇ ਦੇ ਗਾੜੀ ਤੇ ਘੋੜੇ ਦੇ ਪਛਾੜੀ ਨਹੀਂ ਲੰਘਣਾ ਚਾਹੀਦਾ, ਉਹ ਕੰਮ ਆ। ਠੀਕ ਹੈ। ਤੇ ਲੋੜ ਪਈ ਤੇ ਕਿੰਨੀ ਕੁ ਉੱਚੀ ਛਾਲ ਮਾਰ ਸਕਦੇ ਨੇ? ਆ ਬੈਰੀਕੇਡ ਜਦੋਂ ਟੱਪ ਜਾਣਗੇ, ਉਹ ਕਬੂਤਰ ਘੋੜਾ ਉਹਨੂੰ ਹੁਣ ਖੋਲ ਦੋ, ਹੁਣ ਟੱਪ ਜੂ ਜੀ। ਇਹ ਹੁਣ ਕੀ ਕਹਿੰਦਾ ਹੈ ਘੋੜੇ ਦੀ, ਕੀ ਸਮਝ ਪੈ ਰਹੀ ਤੁਹਾਨੂੰ, ਕੀ ਇਹਦੀ ਡਿਮਾਂਡ ਕੀ ਹੈ? ਇਹ ਕਹਿੰਦੇ ਟੱਪ ਜਾਾਂਗੇ ਬਸ। ਤੁਸੀਂ ਸੁਣ ਸਕਦੇ ਹੋ ਘੋੜਾ ਵੀ ਜਵਾਬ ਦਿੰਦਾ ਹੈ ਨਿਹੰਗ ਸਿੰਘਾਂ ਦਾ। ਉਹ ਕਹਿੰਦਾ ਲੋੜ ਪਈ ਤਾਂ ਅਸੀਂ ਟੱਪ ਜਾਾਂਗੇ, ਜਿਹੜੇ ਅੱਗੇ ਬੈਰੀਕੇਡਿੰਗ 'ਚ ਖੜੇ ਕੀਤੇ ਨੇ ਭਰਾ ਮੈਨੂੰ ਤਾਂ ਕੁਝ ਕਹੀ ਤੂੰ। ਨਹੀਂ ਤੁਹਾਡੀ ਗੱਲ ਠੀਕ ਹੈ, ਪਰ ਮੈਨੂੰ ਲੱਗਦਾ ਕੁਝ ਕਹਿਣਾ ਚਾਹੁੰਦਾ ਉਹ। ਹਾਂਜੀ। ਤੇ ਘੋੜਾ ਵਧੀਆ ਹੈਗਾ, ਆਓ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਘੋੜੇ ਜਿਹੜੇ ਇੱਥੇ ਹੈਗੇ ਨੇ। ਤੇ ਆਜੋ ਬਾਈ ਜੀ ਤੁਸੀਂ ਵੀ ਨਾਲੇ ਗੱਲਾਂ ਬਾਤਾਂ ਕਰਦੇ ਆ ਆਪਾਂ। ਇਹ ਨਿਹੰਗ ਸਿੰਘਾਂ ਦੇ ਘੋੜੇ ਹੈਗੇ ਨੇ, ਸਿੰਘੂ ਬਾਰਡਰ ਦੇ ਸਭ ਤੋਂ ਮੂਰੇ ਨਿਹੰਗ ਸਿੰਘਾਂ ਦੀਆਂ ਜਿਹੜੀ ਫੌਜਾਂ ਹੈਗੀਆਂ ਨੇ ਉਹ ਕਿਸਾਨੀ ਅੰਦੋਲਨ ਦੇ ਸ਼ੁਰੂਆਤ ਤੋਂ ਹੀ ਡਟੀਆਂ ਹੋਈਆਂ ਨੇ। ਤੇ ਆਓ ਤੁਹਾਨੂੰ ਹੁਣ ਕਾਲੇ ਘੋੜੇ ਦੇ ਜਿਹੜੇ ਦਰਸ਼ਨ ਕਰਵਾਉਂਦੇ ਆ। ਤੇ ਇਸ ਘੋੜੇ ਦਾ ਤੁਸੀਂ ਨਾਂ ਕੀ ਦੱਸਿਆ ਸੀਗਾ? ਇਹਦਾ ਨਾਂ ਬੈਲੀ ਆ। ਬੇਲੀ। ਇਹ ਸਭ ਤੋਂ ਚੰਗਾ ਬੇਲੀ ਕਿਹਦਾ ਹੈਗਾ? ਹੈ ਇਹ ਬੈਲੀ ਆਪਣਾ ਹੀ ਆਇਆ, ਪਹਿਲਾਂ ਮੁੰਡਾ ਸੀ ਮੇਰੇ ਨਾਲ ਜੱਸਾ ਸਿੰਘ, ਉਹ ਸਾਂਭਦਾ ਸੀ, ਉਹਦਾ ਹੈ ਘੋੜਾ। ਜੱਸਾ ਸਿੰਘ ਹੈ। ਹਾਂ, ਉਹ ਪਿੰਡ ਗਿਆ ਛੁੱਟੀ ਲੈ ਕੇ, ਜਿੰਨੇ ਕਰ ਉਹ ਨਹੀਂ ਆਉਂਦਾ ਫਿਰ ਮੈਨੂੰ ਸੇਵਾ ਕਰਦਾ ਇਹਦੀ। ਘੋੜਾ ਦੇਖਣ ਨੂੰ ਬੜਾ ਸ਼ਾਨਦਾਰ ਲੱਗਦਾ ਵਾ। ਇਹਦਾ ਭਰਾ ਹੋਰ ਵੱਜਾ ਬੈਲੀ ਦਾ, ਉਧਰ ਵੱਜਾ, ਉਹ ਵੀ ਇਸੇ ਸੇਮ ਕਾਪੀ ਆ। ਅੱਛਾ। ਤੇ ਇਹ ਵੀ ਬੜਾ ਕੱਬੇ ਸੁਭਾਅ ਦਾ ਘੋੜਾ ਲੱਗਦਾ ਹੈ। ਨਹੀਂ ਕਹਿੰਦਾ, ਪਰ ਮੈਨੂੰ ਲੱਗਦਾ ਤੁਸੀਂ ਇਹ ਘੋੜੇ ਦੇ ਪਿੱਛੇ ਨਹੀਂ ਖੜੇ ਹੋਣੇ। ਨਹੀਂ ਤੇ ਕੁਛ ਨਹੀਂ ਕਹਿੰਦੇ। ਇਹ ਘੋੜੇ ਦੀ ਉਮਰ ਕਿੰਨੀ ਹੋਣੀ ਹੈ? ਇਹਦੇ ਤਾਂ ਹੈਗਾ 2.5 ਸਾਲਾਂ ਦਾ, ਇਹ 2.5 ਦਾ, ਇਹ ਦੋਵੇਂ ਇੱਕੋ ਪਿੱਛੇ ਨੇ, ਬਰਾਬਰ ਨੇ। ਅੱਛਾ। ਹਜੇ ਇਹਨੇ ਵੀ ਕੱਦ ਕਰਨਾ, ਉਹਨੇ ਵੀ ਕਰਨਾ। ਠੀਕ ਹੈ। ਹਾਂਜੀ। ਸੋ ਤੁਸੀਂ ਦੇਖੋ ਕਿ ਇੱਧਰ ਵੀ ਜਿਹੜੇ ਘੋੜੇ ਖੜੇ ਨੇ ਤੇ ਸਾਰੇ ਘੋੜੇ ਉੱਚੇ ਲੰਮੇ ਕੱਦ ਦੇ ਤਕੜੇ ਨੇ। ਮੈਟਰੋ ਗਾੜੀ ਭੱਜੇ ਜਾਂਦੇ ਸਿੰਘਾਂ ਦੇ ਘੋੜੇ, ਉਹ ਗਾਣੇ ਦੇ ਵਿੱਚ ਇਹ ਘੋੜਾ ਵਾ। ਮੈਟਰੋ ਦੇ ਅੱਗੇ ਘੋੜਾ ਦੌੜਦਾ। ਹਾਂ, ਉਹ ਗਾਣੇ ਦੇ ਵਿੱਚ ਇਹ ਘੋੜਾ ਵਾ। ਅੱਛਾ, ਇਹ ਵਾਲਾ ਘੋੜਾ ਹੈ। ਹਾਂਜੀ। ਤੇ ਜੇ ਲੋੜ ਪਈ ਤਾਂ ਦੌੜੂਗਾ ਮੈਟਰੋ ਦੇ ਅੱਗੇ ਫਿਰ? ਭੱਜ ਲੈਣਗੇ, ਇਹਨੂੰ ਕੀ ਹੋਇਆ? ਅੱਛਾ, ਮੈਟਰੋ ਤੋਂ ਤੇਜ਼ ਦੌੜਨਗੇ? ਲੈ, ਇਹਨਾਂ ਦਾ ਪਤਾ ਹੀ ਨਹੀਂ ਕਿੰਨੀ ਕੀ ਸਪੀਡ ਆ। ਠੀਕ ਹੈ। ਹਾਂਜੀ। ਸੋ ਤੁਸੀਂ ਦੇਖਿਆ ਕਿ ਨਿਹੰਗ ਸਿੰਘਾਂ ਦੇ ਇਹ ਜੰਗੀ ਘੋੜੇ ਹੈਗੇ ਨੇ, ਇਹ ਫਾਰਮੀ ਘੋੜੇ ਨਹੀਂ ਹੈਗੇ ਤੇ ਥੋੜੇ ਜਿਹੇ ਕਾਲੇ ਜ਼ਰੂਰ ਰਹਿੰਦੇ ਨੇ ਛਾਲ ਮਾਰਨ ਨੂੰ, ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਲੱਤਾਂ ਵੀ ਹੈਗੀਆਂ ਨੇ ਉਹ ਬੰਨ੍ਹ ਕੇ ਰੱਖੀਆਂ ਹੋਈਆਂ ਨੇ। ਕਹਿਣ ਦਾ ਗਾਣਾ ਵੀ ਆਪਾਂ ਸੁਣਿਆ ਕਿ ਪੁੱਤ ਕਰਕੇ ਬਿਠਾਏ ਹੋਏ ਨੇ, ਇਹ ਹਾਲੇ ਵਾਕਈ ਜਿਹੜੇ ਪੁੱਤ ਕਰਕੇ ਬਿਠਾਏ ਹੋਏ ਨੇ ਘੋੜੇ। ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਆਜੋ। नहीं चलेगा नहीं चलेगा नहीं चलेगा, हवा हमारी राज तुम्हारा नहीं चलेगा नहीं चलेगा, वोट हमारी राज तुम्हारा नहीं चलेगा नहीं चलेगा। पवन गुरु पानी पिता माता धरत महत ਦੇ ਤਹਿਤ ਅਸੀਂ ਗੱਲ ਕਰਾਂਗੇ। 5 ਦਰਿਆਵਾਂ ਦੀ ਧਰਤੀ, 5 ਦਰਿਆਵਾਂ ਦਾ ਪਾਣੀ, 5 ਦਰਿਆਵਾਂ ਦੀ ਹਵਾ, 5 ਦਰਿਆਵਾਂ ਦੀ ਬੋਲੀ, ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖੀ ਲਿਪੀ। ਚਾਹੇ ਅਸੀਂ ਉਰਦੂ ਪੜ੍ਹੀਏ, ਚਾਹੇ ਅਸੀਂ ਹਿੰਦੀ ਪੜ੍ਹੀਏ, ਚਾਹੇ ਇੰਗਲਿਸ਼ ਪੜ੍ਹੀਏ, ਚਾਹੇ ਫਾਰਸੀ ਪੜ੍ਹੀਏ, ਹਿੰਦੂ ਮੁਸਲਿਮ ਸਿੱਖ ਈਸਾਈ ਬੁੱਧਿਸਟੀ ਵੀ ਹੈ ਭਾਈ। ਦਾਸ 1999 ਅਟੈਚ ਡਿਫੈਂਸ ਏਰੀਆ, ਨਾਟ ਅਲਾਉਡ ਸਿਵਿਲਿਅਨ ਏਰੀਆ, ਲੇ ਟੂ ਨੋਬਰਾ ਪ੍ਰੈਕਟੀਸ਼ਨਰ ਆਈ ਡਾਕਟਰ ਡੈਂਟਿਸਟ ਡਾਕਟਰ, ਲੇ ਟੂ ਨੋਬਰਾ ਟੂ ਲਾਹੌਲੈਂਡ ਸਪੀਤੀ ਟੂ ਰਕੋਂਗ ਪੀਓ 1994 1999 ਦਾ ਫਾਸਲਾ, ਰਕੋਂਗ ਪੀਓ ਤੋਂ ਲੈ ਕੇ ਲੇ ਟੂ ਸੀਜੀਐਮ ਲੇ, ਥੈਂਕਸ ਫਾਰ ਯੂ। ਚੋਚੋਲੇ ਜੁਲੇ ਆਚੂਲੇ ਜੂਲੇ ਟੂਲੇ ਜੂਲੇ ਨਮੋਲੇ ਜੁਲੇ टशीदले ओ माने पद में हूँ तिप्तेला में छेपल पूल, सिंगीला में छेपल पूल, ओ माने पद में हूँ महामहिम दलाई लामा जी, ओ माने पद में हूँ ओ माने पद में हूँ। सत श्री अकाल, वाहिगुरु जी का खालसा, वाहिगुरु जी की फतेह। कुंगरी वैली टू मुद्द सगनम आल ਜਾਕ ਨਾਲ ਖੇਤੀ ਕਰਦੇ ਆ, ਚੂਰੂ ਨਾਲ ਖੇਤੀ ਕਰਦੇ ਆ, ਹਲ ਨਾਲ ਖੇਤੀ ਕਰਦੇ ਆ। ਅੱਜ ਵੀ ਉੱਥੇ ਟਰੈਕਟਰ ਬਹੁਤ ਘੱਟ ਆ, ਪਰ 올ਡ ਪੰਜਾਬ 1966 ਏਰੀਆ,
올ਡ ਪੰਜਾਬ ਦਾ ਏਰੀਆ ਸਪੀਤੀ ਵੈਲੀ 05 ਰੋਡ ਦਾ PWD ਆਲ ਗ੍ਰਿਫ ਡੈਂਟਿਸਟ ਮੋਬਾਈਲ ਕੁਲਦੀਪ ਸਿੰਘ ਬਿੱਟੂ ਦਾ ਆਲ ਇੰਡੀਆ ਪੀਪਲ ਥੈਂਕਸ ਫਾਰ ਯੂ ਇੰਡੀਪੈਂਡੈਂਟ ਡੇ ਗੁੱਡ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਗੁਰੂ ਨਾਨਕ ਜੀ ਮਾਲਾ ਫੜ ਕੇ ਉੱਪਰ ਗਏ ਚਾਰੇ ਕੂੰਟਾਂ ਫਿਰੀਆਂ ਉਹਨਾਂ ਕਿਹਾ ਕਿ ਮੇਰੀ ਬਾਣੀ ਪੜੋ ਤੇ ਮੇਰੀ ਬਾਣੀ ਸੁਣੋ ਗੁਰੂ ਨਾਨਕ ਦਾ ਲਫ਼ਜ਼ ਹੈ ਜਦੋਂ ਚਾਰੇ ਕੂੰਟਾਂ ਫਿਰੀਆਂ ਆਦੇਸ਼ ਦੇ ਵਿੱਚ ਘੁੰਮੇ ਪ੍ਰਚਾਰ ਕੀਤਾ ਕਿ ਮੇਰੀ ਬਾਣੀ ਪੜੋ ਤੇ ਮੇਰੀ ਬਾਣੀ ਸੁਣੋ ਕਿਸੇ ਨੇ ਨਾ ਸੁਣੀ ਤੇ ਨਾ ਸੁਣਾਈ ਗੁਰੂ ਨਾਨਕ ਨੇ ਆਪਣੇ ਹੱਥਾਂ ਦੇ ਨਾਲ ਦਰਜ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਨਕ ਦੁਖੀਆ ਸਭ ਸੰਸਾਰ ਆ ਦੇਖ ਲਓ ਹਸਪਤਾਲ ਅਸੀਂ ਦਵਾਈਆਂ 'ਚ ਕੁਚਲੇ ਆ ਸਾਡੇ ਬੱਚੇ ਜਿਹੜੇ ਆ ਨਸ਼ਿਆਂ 'ਚ ਕੁਚਲਦੇ ਜਾ ਰਹੇ ਆ ਇਹ ਸਿੱਖੀ ਜਿਹੜੀ ਆ ਦਾੜੀ ਕੇ ਕਟਾ ਕੇ ਦੇਖੋ ਕੀ ਬਣ ਰਿਹਾ ਅਸੀਂ ਭਾਰੀ ਗਿਣਤੀ ਵਿੱਚ ਬਾਬਾ ਬਕਾਲਾ ਸਾਹਿਬ ਜਿੱਥੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਹੈ ਤੇ ਮੱਖਣ ਸਾਹ ਲਬਾਣੇ ਨੇ ਜ਼ਾਹਰ ਕੀਤਾ ਫਿਰ ਕੀ ਆਖਿਆ ਭੋਰੇ ਚੜ ਕੇ ਪੱਲਾ ਘਮਾਤਾ ਸੰਗਤੋ ਜਾਗੋ ਰੇ ਸੱਚਾ ਗੁਰੂ ਲਾਧੋ ਰੇ ਅਸੀਂ ਹੋਰ ਧਰਤੀ ਤੋਂ ਆਏ ਆ ਗੁਰੂ ਗੋਬਿੰਦ ਸਿੰਘ ਨੇ ਆਪਣਾ ਪਰਿਵਾਰ ਵਾਰ ਕੇ ਸਿੱਖੀ ਵਾਰ ਕੇ ਇਹ ਬੂਟਾ ਲਾਇਆ ਸਿੱਖੀ ਦਾ ਇੱਕ ਖੂਨ ਦਾ ਕਤਰਾ ਪਾ ਕੇ ਅੱਜ ਅਸੀਂ ਕੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸੀਏ ਸਾਡੇ ਜਿਹੜੇ ਆ ਨਸ਼ਿਆਂ ਦੇ ਵਿੱਚ ਕੁਚਲਦੇ ਜਾ ਰਹੇ ਆ ਹੱਥ ਜੋੜ ਕੇ ਬੇਨਤੀ ਆ ਗੁਰੂ ਗੋਬਿੰਦ ਸਿੰਘ ਨੂੰ ਇਹ ਬਾਜਾਂ ਵਾਲੇ ਦੀ ਫੌਜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਦੇ ਪੁੱਤਰੋ ਧੀਓ ਕੇਸਾ ਧਾਰੀ ਹੋ ਕੇ ਜੀਓ ਅਕਾਲ ਤਖਤ ਸਾਹਿਬ ਤੋਂ ਆਈ ਆਵਾਜ਼ ਸਿੱਖੀ ਸਿੱਖਿਆ ਗੁਰ ਵਿਚਾਰ ਕਲਗੀਧਰ ਦੇ ਪੁੱਤਰੋ ਧੀਓ ਕੇਸਾ ਧਾਰੀ ਹੋ ਕੇ ਜੀਓ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸਾਡਾ ਮੈਸੇਜ ਹੈ ਟਰੈਕਟਰ ਰੈਲੀ ਵਾਲਿਆਂ ਨੂੰ ਜਿੰਨੇ ਟਰੈਕਟਰ ਆਉਣ ਪੰਜਾਬ ਤੋਂ ਉਨੀਆਂ ਦਸਤਾਰਾਂ ਲੈ ਕੇ ਆਇਓ ਹੱਥ ਜੋੜ ਕੇ ਬੇਨਤੀ ਹੈ ਟਾਈਗਰ ਹਿੱਲ 1999 ਕਾਰਗਿਲ ਯੁੱਧ ਵਾਲੇ ਦੇ ਡੈਂਟਿਸਟ ਕੁਲਦੀਪ ਸਿੰਘ ਬਿੱਟੂ ਦੀ ਜਿੰਨੇ ਟਰੈਕਟਰ ਪੰਜਾਬ ਤੋਂ ਆਉਣ ਚਾਹੇ ਕਿਤੇ ਵੀ ਸਟੇਟ ਤੋਂ ਆਉਣ ਆਪਾਂ ਆਪਣੀ ਜੱਟਾ ਪਗੜੀ ਸੰਭਾਲ ਜੱਟਾ ਲਹਿਰ ਹੈ ਆਪਾਂ ਆਪਣੇ ਟਰੈਕਟਰ ਤੇ ਭਾਵੇਂ ਪੱਗ ਬੰਨ੍ਹ ਦਿਓ ਜੇ ਤੁਸੀਂ ਸਿਰ ਤੇ ਨਹੀਂ ਬੰਨਣੀ ਤਾਂ ਕੋਈ ਇਹ ਨਾ ਕਵੇ ਮੇਰਾ ਰੰਗ ਦੇ ਬਸੰਤੀ ਚੋਲਾ ਮਾਂ ਮੇਰਾ ਰੰਗ ਦੇ ਬਸੰਤੀ ਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਸੁਣਿਆ ਕਿ ਇੱਥੇ ਮੇਰਾ ਰੰਗ ਦੇ ਬਸੰਤੀ ਚੋਲਾ ਇੱਥੇ ਨਿਹੰਗ ਸਿੰਘ ਦੀਆਂ ਫੌਜਾਂ ਇਹ ਗੀਤ ਗਾ ਰਹੀਆਂ ਨੇ ਸੁਨੇਹਾ ਦੇ ਰਹੀਆਂ ਨੇ ਕਿ 26 ਤਰੀਕ ਨੂੰ ਗਣਤੰਤਰ ਦਿਵਸ ਉੱਤੇ ਜਿਹੜੀ ਪਰੇਡ ਹੋਣੀ ਹੈ ਕਿਸਾਨਾਂ ਦੇ ਵੱਲੋਂ ਕੀਤੀ ਜਾਣੀ ਹੈ ਕਿਸਾਨ ਪਰੇਡ ਜਿੰਨੇ ਟਰੈਕਟਰ ਟਰਾਲੀਆਂ ਆਉਣ ਪੰਜਾਬ ਤੋਂ ਆਉਣੀਆਂ ਹੀ ਦਸਤਾਰਾਂ ਉਹ ਨਾਲ ਲੈ ਕੇ ਆਉਣ ਜਿਹੜੀ ਦਸਤਾਰ ਹੈ ਉਹ ਸਿੱਖੀ ਦੀ ਸ਼ਾਨ ਹੈ ਉਹਨਾਂ ਦਾ ਸੁਨੇਹਾ ਹੈਗਾ ਕਿ ਜਿਹੜੇ ਨੌਜਵਾਨਾਂ ਨੇ ਕੇਸ ਕਟਾਏ ਨੇ ਉਹ ਵੀ ਕੇਸਧਾਰੀ ਹੋ ਜਾਣ ਤੇ ਇਸ ਕਰਕੇ ਨਿਹੰਗ ਸਿੰਘਾਂ ਦੀਆਂ ਫੌਜਾਂ ਇੱਥੇ ਡਟੀਆਂ ਹੋਈਆਂ ਨੇ ਪੂਰਾ ਉਤਸ਼ਾਹ ਹੈਗਾ 26 ਤਰੀਕ ਦੀ ਪਰੇਡ ਨੂੰ ਵੀ ਲੈ ਕੇ ਇੱਥੇ ਤੁਹਾਨੂੰ ਅਸੀਂ ਨਿਹੰਗ ਸਿੰਘਾਂ ਦੇ ਘੋੜੇ ਵੀ ਦਿਖਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਫਾਰਮੀ ਘੋੜੇ ਨਹੀਂ ਇਹ ਜੰਗੀ ਘੋੜੇ ਹੈਗੇ ਨੇ ਇਹਨਾਂ ਨੂੰ ਸਭ ਹਾਲਾਤਾਂ ਦਾ ਪਤਾ ਹੈ ਜਦੋਂ ਲੋੜ ਪਈ ਤਾਂ ਇਹ 10-10 12-12 ਤੇ ਉਸ ਤੋਂ ਵੀ ਉੱਚੀਆਂ ਛਾਲਾਂ ਮਾਰਨ ਨੂੰ ਪੂਰੀ ਤਰ੍ਹਾਂ ਤਿਆਰ ਬੈਠੇ ਨੇ ਪੁੱਤਾਂ ਵਾਂਗੂ ਘੋੜੇ ਜਿਹੜੇ ਹੈਗੇ ਨੇ ਉਹ ਸਿੰਘੂ ਬਾਰਡਰ ਦੇ ਉੱਤੇ ਨਿਹੰਗ ਸਿੰਘਾਂ ਦੇ ਵੱਲੋਂ ਪਾਲੇ ਜਾ ਰਹੇ ਨੇ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ 26 ਜਨਵਰੀ ਨੂੰ ਦਿੱਲੀ ਦੀਆਂ ਬਰੂਹਾਂ ਤੇ ਦਿੱਲੀ ਦੇ ਅੰਦਰ ਕਿਸਾਨ ਪਰੇਡ ਦਾ ਨਜ਼ਾਰਾ ਕਿਹੋ ਜਿਹਾ ਹੋਏਗਾ ਕਿਉਂਕਿ ਖਬਰਾਂ ਜੋ ਸਾਡੇ ਤੱਕ ਹੈਗੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਇੱਥੇ ਪੁੱਜਣਗੇ ਪੰਜਾਬ ਹੀ ਨਹੀਂ ਦੂਜੇ ਹੋਰ ਸੂਬਿਆਂ ਦੇ ਤੋਂ ਵੀ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਇੱਥੇ ਆ ਰਹੇ ਨੇ ਜੀ ਭਾਰਤ ਮਾਤਾ ਦੀ ਜੈ ਕੱਲ ਵੀ ਸੀ ਕੱਲ ਵੀ ਰਹੇਗੀ ਅੱਜ ਵੀ ਹੈ 1986 ਤੋਂ ਚੀੜਵਾਸਾ ਭੋਜਵਾਸਾ ਰੁੜਕੀ ਹੈੱਡਕੁਆਟਰ ਤੋਂ ਜੁਝਾਰ ਸਿੰਘ ਨੂੰ ਮੌਕਾ ਮਿਲਿਆ ਕੁੱਕ ਹੈਲਫਰ ਜਾਣ ਦਾ ਅੱਜ ਦੇਖੋ ਗੋਰੀ ਕੁੰਡ ਆ ਭਾਵੇਂ ਭਾਗੀਰਥ ਨੇ ਹਜ਼ਾਰਾਂ ਸਾਲ ਤਪੱਸਿਆ ਕੀਤੀ ਗੋਰੀ ਸ਼ੰਕਰ ਤਾਂ ਪ੍ਰਗਟ ਹੋ ਗਿਆ ਗੋਰੀ ਕੁੰਡ ਵੀ ਪ੍ਰਗਟ ਹੋ ਗਿਆ ਲੇਕਿਨ ਜਿਹੜੇ ਰਖਵਾਲੇ ਨੇ ਦੇਸ਼ ਦੇ ਉਹਨਾਂ ਨੂੰ ਆਪ ਹੀ ਚਾਹੀਦਾ ਕੋਈ ਭਾਰਤ ਪੁੱਤਰ ਬਣ ਕੇ ਦਿਖਾਵੇ ਅਸੀਂ ਸਰਕਾਰ ਦੇ ਵਿਰੋਧੀ ਨਹੀਂ ਹਾਂ ਸਿਰਫ ਤੁਹਾਡੀ ਸੋਚ ਦੇ ਵਿਰੋਧੀ ਹਾਂ ਇਹ ਓਪੀ ਮਲਹੋਤਰਾ ਗਵਰਨਰ ਪੰਜਾਬ ਦਾ ਸੀ ਦਾਸ ਨੂੰ ਦੇਖੋ ਇੱਕ ਟੈਰੋਰਿਸਟ ਸਮਝ ਕੇ ਪੰਜਾਬੋਂ ਬਾਹਰ ਕੱਢਤਾ ਵੀ ਤੂੰ ਪੰਜਾਬੋਂ ਬਾਹਰ ਚਲੇ ਜਾ ਓਪੀ ਮਲਹੋਤਰਾ ਗਵਰਨਰ ਸਾਹਿਬ ਨੂੰ ਵੀ ਅਸੀਂ ਪ੍ਰਣਾਮ ਕਰਾਂਗੇ ਸਾਡੇ ਕਹਿੰਦੇ ਲੱਕ ਤੇ ਕਹਿੰਦੇ ਨਾ ਖੁੰਡੀ ਵੱਜੀ ਤੇ ਲੱਕ ਸਿੱਧਾ ਹੋ ਗਿਆ ਅਸੀਂ ਵੇਲ 1994 ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਦੀਆਂ ਉਹ ਦੁਰਗਮ ਪਹਾੜੀਆਂ 'ਚ ਸੇਵਾਵਾਂ ਕੀਤੀਆਂ ਮੁੱਦ ਸਗਨਮ ਏਸ਼ੀਆ ਦਾ ਹੈਟਸ ਦਾ ਵਿਲੇਜ ਕਿੱਬਰ 2 ਦਾ 22 ਫੁੱਟ ਮਾਈ ਚਿਚਮ
ਚਿਚਮ ਟੂ 22 ਫੁੱਟ ਕਿੱਬਰ। ਅੱਜ ਕੱਲ ਤਾਂ ਰੋਡ ਤੇ ਰੋਡ ਬਣੇ ਪਏ, ਭਾਵੇਂ ਚਾਈਨਾ ਬਣਾ ਲਵੇ ਭਾਵੇਂ ਹਿੰਦੁਸਤਾਨ ਬਣਾ ਲਵੇ, ਪਰ 1966 ਦਾ 올ਡ ਪੰਜਾਬ ਏਰੀਆ, ਲਾਹੌਰ ਐਂਡ ਸਪੀਤੀ ਦਾ ਆਲ ਹਿਮਾਚਲ, ਆਲ ਹਰਿਆਣਾ ਏਰੀਆ, ਆਲ ਦਿੱਲੀ ਏਰੀਆ ਦਾ, ਆਲ ਗੰਗੋਤਰੀ ਦਾ ਏਰੀਆ, 올ਡ ਪੰਜਾਬ 1966 ਦਾ ਏਰੀਆ ਦਾ। ਰეკਮੈਂਡ ਟੂ ਦਾ PM ਮਾਈ ਹੇਅਰ ਕੁਲਦੀਪ ਸਿੰਘ ਬਿੱਟੂ ਡੈਂਟਿਸਟ, ਯੂ ਆਰ ਮਾਈ ਕੇਅਰ ਨਾਟ ਕੇਅਰ, ਯੂ ਆਰ ਹੇਅਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਸੀਂ ਬੜੀ ਸੋਹਣੀ ਗੱਲ ਕਹੀ ਹੈ ਕਿ ਤੁਸੀਂ ਭਾਰਤ ਦੇ ਨਾਲ ਖੜੇ ਹੋ। ਜਿਹੜੀਆਂ ਇੱਥੇ ਦੀ ਸਰਕਾਰਾਂ ਨੇ, ਤੁਸੀਂ ਉਹਨਾਂ ਦੀ ਸੋਚ ਦੇ ਵਿਰੋਧੀ, ਉਹਨਾਂ ਦੀ ਸੋਚ ਠੀਕ ਨਹੀਂ ਹੈਗੀ। ਜਿਹੜੇ ਰੱਖਿਆ ਮੰਤਰੀ ਹੈਗੇ ਨੇ ਸਾਡੇ ਦੇਸ਼ ਦੇ, ਰਾਜਨਾਥ ਸਿੰਘ, ਉਹਨਾਂ ਦਾ ਬਿਆਨ ਆਉਂਦਾ 2 ਦਿਨ ਪਹਿਲਾਂ, ਉਹ ਕਹਿੰਦੇ ਨੇ ਕਿ ਮੈਂ ਬਰਦਾਸ਼ਤ ਨਹੀਂ ਕਰਾਂਗਾ ਜਿਹੜੇ ਵੀ ਸਾਡੇ ਸਿੱਖ ਭਰਾਵਾਂ ਨੂੰ ਕੋਈ ਖਾਲਿਸਤਾਨੀ ਜਾਂ ਅੱਤਵਾਦੀ ਕਹੂਗਾ। ਇਹ ਸਾਡੇ ਵੱਡੇ ਭਰਾ ਨੇ। राजनाथ सर जी को मैं कोट कोट प्रणाम करता हूँ। 1999 अटैच डिफेंस एरिया, नॉट अलाउड सिविलियन एरिया, माई कुलदीप सिंह डेंटिस्ट, माई मिसिंग द आल फैमिली। ਅੱਜ ਅਸੀਂ 20 ਸਾਲ ਬਾਅਦ ਆਪਣੇ ਬੇਟੇ ਦੇ ਦਰਸ਼ਨ ਕੀਤੇ। 1999 ਤੋਂ ਬਾਅਦ ਅਸੀਂ ਘਰ ਨਹੀਂ ਗਏ। IB ਦੀਆਂ ਸੇਵਾਵਾਂ ਨਿਭਾਉਂਦੇ ਰਹੇ, ਲੋਕ ਛੁਪ ਕੇ ਕਦੀ ਕਿਤੇ ਜੰਗਲਾਂ 'ਚ, ਕਦੀ ਕਿਤੇ ਜੰਗਲਾਂ 'ਚ। ਅੱਜ ਵੀ ਕਿਤੇ ਅਸੀਂ ਪੰਜਾਬ 'ਚ ਪੈਰਾ ਪਾਣਾ ਹੋਵੇ ਨਾ, ਕਈ ਸਰਕਾਰਾਂ ਨੂੰ ਹਿੱਲ-ਜੁਲ ਹੁੰਦੀ ਹੈ ਵੀ ਇਹ ਅਤਿਆਚਾਰ ਕੀਤਾ ਹੋਇਆ। ਜੇ ਅਤਿਆਚਾਰ ਅਸੀਂ ਸਹਿਆ ਨਾ, ਤੇ ਜੇ ਅਸੀਂ ਅਤਿਆਚਾਰ ਕੀਤਾ ਨਹੀਂ, ਦਾਸ ਨੇ ਆਪਣੇ ਹੱਥ ਤੱਕ ਰੋਮ ਰੋਮ ਕਟਾ ਲਿਆ, ਪਰ ਇਹਨਾਂ ਦੀ ਈਨ ਨਹੀਂ ਮੰਨੀ। ਦੇਖੋ, ਮੈਂ ਮਾਫੀ ਚਾਹਾਂਗਾ PM ਇੰਡੀਆ ਤੋਂ ਵੀ। ਇੱਕ ਡਿਫੈਂਸ 05 ਰੋਡ ਤੇ ਅਸੀਂ ਇੰਨੇ ਸਾਲ ਬਿਤਾਏ ਨੇ, ਜਿੱਥੇ ਰੋਡ ਨਹੀਂ ਹੁੰਦਾ ਸੀ 1990 ਤੋਂ ਪਹਿਲਾਂ। ਅੱਜ ਪਾਰਸ਼ੂ ਨਦੀ, ਸਤਲੁਜ ਦਰਿਆ ਉੱਥੋਂ ਨਿਕਲਿਆ, ਲੇਕਿਨ ਪਾਰਸ਼ੂ ਨਦੀ ਦੀ ਗੱਲ ਨਹੀਂ ਹੈ, ਸਮੁੰਦੂ ਦੀ ਗੱਲ ਨਹੀਂ ਹੈ। ਸਰ ਤੁਸੀਂ ਸਮੁੰਦੂ ਜਾ ਕੇ ਵੀ ਆਏ ਸੀ, ਮੈਂ ਰਿਕਵੈਸਟ ਦਾ ਕੇਅਰ ਮਾਈ ਹੇਅਰ ਸਰ, ਟਾਈਮ ਇਜ਼ ਟੇਬਲ ਦਾ ਕੇਅਰ ਹੇਅਰ ਸਰ। ਸਮੁੰਦੂ ਟੂ ਮਹਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਪੁਲਿਸ ਦਾ ਉੱਥੇ ਇੱਕ ਸਿਪਾਹੀ ਸੀ ਜੋ ਸਾਰੀਆਂ ਗੱਡੀਆਂ ਚੈੱਕ ਕਰਕੇ 05 ਰੋਡ ਅੱਗੇ ਕਾਜਾ ਸਪੀਤੀ ਵੈਲੀ, ਅੱਗੇ ਕਲਾਂਗ ਨੂੰ ਟੱਚ ਕਰਦਾ ਜਾ ਕੇ ਲੇਹ ਲਦਾਖ ਨੂੰ ਰੋਡ, ਅੱਗੇ ਲੇਹ ਟੂ ਨੋਬਰਾ CGM, ਲੇਹ ਟੂ ਰਿਕਮੈਂਡ ਦਾ ਪਰਮਿਸ਼ਨ ਦਾ ਨਾਟ ਅਲਾਉਡ ਸਿਵਿਲੀਅਨ ਏਰੀਆ, ਨੋਬਰਾ ਡਿਸਕਿਤ ਨੋਬਰਾ ਵੈਲੀ ਦਾ 18,380 ਫੁੱਟ ਖੁਰਦੁੰਗਲਾ ਟੋਪ। ਸਪੈਸ਼ਲੀ ਸਰ ਰੱਖਿਆ ਮੰਤਰੀ ਸਰ, ਕੇਅਰਫੁਲੀ ਮਾਈ ਲਾਸਟ ਪੁਆਇੰਟ, ਲਾਸਟ ਸਵਾਸ, ਕੁਲਦੀਪ ਸਿੰਘ ਬਿੱਟੂ ਡੈਂਟਿਸਟ, ਜੁਝਾਰ ਸਿੰਘ 1986-87, ਚੀੜਵਾਸਾ ਭੋਜਵਾਸਾ, ਮਨੇਰੀ ਰੁੜਕੀ ਹੈੱਡਕੁਆਟਰ, ਜੁਝਾਰ ਸਿੰਘ ਕੁੱਕ ਹੈਲਪਰ। ਆਪ ਜੀ ਨੂੰ ਕੋਟ ਕੋਟ ਪ੍ਰਣਾਮ। ਆਲ ਸ਼ੋਲਡਰ, ਆਲ ਕਮਾਂਡਰ ਸਾਹਿਬ, ਇੰਡੀਅਨ ਟਿਬਟ ਬਾਰਡਰ ਪੁਲਿਸ ਕੋ, SSB ਕੋ, ਸਭ ਕੋ ਪ੍ਰਣਾਮ। ਸ਼ਹੀਦਾਂ ਦਾ ਪ੍ਰਣਾਮ, ਸ਼ਹੀਦਾਂ ਕੁਲਦੀਪ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਇਹ ਹੱਥ ਦੇ ਕਿਵੇਂ ਦੀ ਕੀ ਟ੍ਰੈਜਡੀ ਵਾਪਰੀ ਪੈਰ ਦੇ ਉੱਤੇ? ਮੇਰੇ ਐਕਚੁਅਲੀ ਨਾ ਜੀ, ਇਹ ਮੇਰੇ ਪਹਿਲਾ ਐਕਸੀਡੈਂਟ ਹੋਇਆ, ਪਲਾਸਟਿਕ ਸਰਜਰੀ ਹੋਈ ਸੀ, ਕੁਦਰਤੀ ਐਕਸੀਡੈਂਟ ਹੋਇਆ। ਇਹ ਵੀ ਮੈਂ ਕੁਦਰਤੀ ਰੋਡ ਪਾਰ ਕਰਨ ਲੱਗਾ, ਰਾਤ ਦਾ ਟਾਈਮ ਸੀ। ਉਹ ਡਰਾਈਵਰ ਨੇ ਤਾਂ ਗੱਡੀ ਸਲੋ ਕਰ ਲਈ, ਟਰੱਕ ਵਾਲੇ ਨੇ ਪਿੱਛੋਂ ਜਿਹੜੀ ਗੱਡੀਆਂ ਆਈਆਂ ਨਾ ਤੇਜ਼, ਉਹ ਮੇਰੇ ਕੋਲੋਂ ਐਦਾਂ ਲੰਘੀਆਂ, ਮੇਰੇ ਕੋਲ ਸੰਭਲ ਨਹੀਂ ਹੋਇਆ, ਮੈਂ ਪਿੱਛੇ ਦੇ ਪਿੱਛੇ ਇਸ ਤਰ੍ਹਾਂ ਡਿੱਗਿਆ ਨਾ ਜੀ, ਫਿਰ ਹੱਥ ਪਿੱਛੇ ਰਹਿ ਗਿਆ, ਟਾਇਰ ਪਿਛਲਾ ਲੰਘ ਗਿਆ, ਮੇਰਾ ਸਿਰ ਬਚ ਗਿਆ ਜੀ। ਬਸ 18,380 ਫੁੱਟ ਦਾ ਇੱਕ ਸੁਨੇਹਾ ਆਇਆ, ਚੋਚੋਲੇ ਜੁਲੇ ਜੁਲੇ ਟਸ਼ੀ ਦਲੇ ਕੋ ਮਾਨੇ ਪਦਮੇ ਹੂੰ। ਕਿੱਥੇ ਸੇਵਾਵਾਂ ਨਿਭਾਈਆਂ? ਮੈਂ ਜੀ ਨੋਬਰਾ ਡਿਸਟ੍ਰਿਕਟ ਤੋਂ ਲੈ ਕੇ ਲਾਹੌਰ ਐਂਡ ਸਪੀਤੀ, ਆਲ ਸਪੀਤੀ ਵੈਲੀ ਵਿਲੇਜ, ਲੋਸਰ ਫਸਟ, ਚੰਦਰਤਾਲ ਲੇਕ ਆ ਜੀ, ਜਿਹਦੇ ਚੋਂ ਚੰਦਰਾ ਬਣੀ, ਫਿਰ ਅੱਗੇ ਜਾ ਕੇ ਭਾਗਾ ਬਣੀ, ਫਿਰ ਚੰਦਰ ਭਾਗਾ ਬਣ ਕੇ ਅੱਗੋਂ ਚਨਾਬ ਬਣ ਕੇ ਉਹ ਪਾਕਿਸਤਾਨ ਚਲੇ ਗਈ। ਅਸੀਂ ਚਲੇ ਗਏ ਜੀ ਤੇਜੂ, ਅਰੁਣਾਚਲ ਪ੍ਰਦੇਸ਼, ਤੀਨ ਸੁਖੀਆ ਬਿਹਾਰ ਦੇ ਅੱਗੇ। ਬਿਹਾਰ ਰੈਜੀਮੈਂਟ ਨੂੰ ਵੀ ਪ੍ਰਣਾਮ, ਸ਼ਹੀਦਾਂ ਦੇ 350 ਸਾਲ, ਸਵਾਸ ਸਵਾਸ ਗੁਰਬਾਣੀ ਦੇ ਨਾਲ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਨੀ ਚਿਤ ਲਾਏ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਬਿਗਨ ਬਨਾਸਨ ਸਭ ਦੁਖ ਨਾਸਨ, ਸਤਿਗੁਰੂ ਨਾਮ ਦਰੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਗੁਰ ਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਏ, ਊਠਤ ਬੈਠਤ ਹਰ ਹਰ ਧਿਆਈਏ। ਆਣ ਦਿਨ ਸੋ ਕਿਰਤ ਕਰੀਏ ਰਹਾਓ, ਸੰਤ ਕਾ ਮਾਰਗ ਧਰਮ ਕੀ ਪੌੜੀ। ਕੋਵਿਡ ਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸੇ, ਕੋਟ ਜਨਮ ਕੇ ਕਿਲ ਬਿਖ ਨਾਸੇ। ਹਰ ਚਰਨੀ ਚਿਤ ਲਾਏ, ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਬਿਗਨ ਬਨਾਸਨ ਸਭ ਦੁਖ ਨਾਸਨ, ਸਤਿਗੁਰੂ ਨਾਮ ਦਰੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਜਨ ਨਾਨਕ ਸੁਖ ਕਰ ਆਇਆ। ਹਿੰਦ ਪੰਜਾਬ, ਜੈ ਹਿੰਦ। ਇੰਡੀਅਨ ਇੰਡੋ ਟਿਬਟ ਬਾਰਡਰ ਪੁਲਿਸ ਪ੍ਰਣਾਮ, ਸ਼ਹੀਦਾਂ ਦੇ ਇੰਡੀਪੈਂਡੈਂਟ ਡੇ ਪ੍ਰਣਾਮ, ਸ਼ਹੀਦਾਂ ਦੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ ਜੈ ਭਾਰਤ। ਸੋ ਤੁਸੀਂ ਦੇਖਿਆ ਕਿ ਇਹ ਨੇ ਸਾਡੇ ਨਿਹੰਗ ਸਿੰਘ, ਜਿਨ੍ਹਾਂ ਨੂੰ ਮੀਡੀਆ ਦੇ ਇੱਕ ਹਿੱਸੇ ਨੇ ਕੁਝ ਲੀਡਰਾਂ ਨੇ ਅੱਤਵਾਦੀ ਕਿਹਾ, ਖਾਲਿਸਤਾਨੀ ਕਿਹਾ, ਮਾਓਵਾਦੀ ਕਿਹਾ, ਪਰ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਸਰਹੱਦਾਂ ਉੱਤੇ ਵੀ ਦੇਸ਼ ਦੀ ਰਾਖੀ ਕੀਤੀ ਹੈ ਤੇ ਅੱਜ ਵੀ ਕਰ ਰਹੇ ਨੇ। ਉਹ ਭਾਵੇਂ ਇਹਨਾਂ ਦੇ ਪੁੱਤ ਵੀ ਡਟੇ ਹੋਏ ਨੇ, ਸਰਹੱਦਾਂ ਦੀ ਰਾਖੀ ਅੱਜ ਵੀ ਕਿਸਾਨਾਂ ਦੇ ਪੁੱਤ ਵੱਡੀ ਗਿਣਤੀ ਵਿੱਚ ਕਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭਾਰਤ ਦੇ ਖਿਲਾਫ ਨਹੀਂ ਆ, ਅਸੀਂ ਭਾਰਤ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਸੋਚ ਦੇ ਖਿਲਾਫ ਆ। ਸਾਡੀ ਲੜਾਈ ਕੇਂਦਰ ਸਰਕਾਰ ਦੀ ਸੋਚ ਦੇ ਖਿਲਾਫ ਹੈ, ਨਾ ਕਿ ਦੇਸ਼ ਦੇ ਖਿਲਾਫ ਹੈਗੀ। ਅਸੀਂ ਦੇਸ਼ ਦੇ ਨਾਲ ਖੜੇ ਆ, ਦੇਸ਼ ਦੀ ਰੱਖਿਆ ਉਹ ਪਹਿਲਾਂ ਵੀ ਕਰਦੇ ਆਏ ਨੇ ਤੇ ਲੋੜ ਪਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਉੱਥੇ ਡਟੇ ਰਹਿਣਗੇ। ਸੋ ਇਹ ਹੈ ਸਾਡਾ ਪੰਜਾਬ। ਇੱਥੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਦੇਸ਼ ਦੀ ਏਕਤਾ ਲਗਾਤਾਰ ਵੱਧਦੀ ਜਾ ਰਹੀ ਹੈ। ਵੱਖ-ਵੱਖ ਥਾਵਾਂ ਤੋਂ, ਵੱਖ-ਵੱਖ ਸਟੇਟਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪੁੱਜ ਰਹੇ ਨੇ। ਹੋਰ ਵੀ ਜਿਹੜੇ ਆਮ ਜਨਤਾ ਹੈ ਉਹਨਾਂ ਦਾ ਵੀ ਸਹਿਯੋਗ ਇਸ ਅੰਦੋਲਨ ਨੂੰ ਮਿਲਣਾ ਸ਼ੁਰੂ ਹੋ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਦੀ ਜਿੱਤ ਸੰਭਵ ਹੈਗੀ ਹੈ ਔਰ ਜਿੱਤ ਹੋਏਗੀ ਤੇ ਫਿਰ ਹੀ ਅਸੀਂ ਆਪਣੇ ਘਰਾਂ ਨੂੰ ਪਰਤਣਗੇ। ਸਤਿ ਸ਼੍ਰੀ ਅਕਾਲ ਬਾਬਾ ਜੀ, ਤੁਹਾਡਾ ਕੀ ਨਾਮ ਜੀ? ਸਾਡਾ ਜ਼ਿਲ੍ਹਾ ਅੰਮ੍ਰਿਤਸਰ ਬਾਬਾ ਬਕਾਲਾ ਠੱਠੀਆਂ ਨਗਰ ਹੈ। ਅਸੀਂ 12 ਤਰੀਕ ਨੂੰ ਭਾਰੀ ਗਿਣਤੀ ਵਿੱਚ ਟਰੱਕਾਂ, ਟਰਾਲੀਆਂ, ਬੱਸਾਂ, ਕਾਰਾਂ, ਬਹੁਤ ਕਾਫਲਾ ਲੰਮਾ ਚੱਲਿਆ ਸੀ। 12 ਤਰੀਕ ਨੂੰ ਰਾਤ ਰਾਜ ਰਹੇ ਹਾਂ, ਮੰਜੀ ਸਾਹਿਬ ਗੁਰਦੁਆਰਾ ਸੀ ਤੇ ਫਿਰ ਇੱਥੇ 13 ਤਰੀਕ ਨੂੰ ਇੱਥੇ ਅਸੀਂ ਰਾਤ ਨੂੰ 8 ਵਜੇ ਆਏ ਆ ਬੱਸ ਲੈ ਕੇ। ਤੇ ਮੇਰੇ ਕਹਿਣ ਦਾ ਭਾਵ ਹੈ ਕਿ ਜੰਡਿਆਲੇ ਜੋ ਗਹਿਰੀ ਧਰਨਾ ਚੱਲ ਰਿਹਾ ਹੈ ਤੇ 3 ਮਹੀਨੇ ਹੋ ਗਏ ਆ, 3 ਮਹੀਨੇ ਹੋ ਗਏ ਆ ਲੈਣ ਰੋਕੀ ਆ ਕਿ ਸਾਨੂੰ ਕੋਈ ਨਿਆਂ ਨਹੀਂ ਦਿੱਤਾ। ਅਸੀਂ ਅੱਕ ਕੇ ਥੱਕ ਕੇ ਇੱਧਰ ਨੂੰ ਦਿੱਲੀ ਵੱਲ ਨੂੰ ਕਦਮ ਚੁੱਕਿਆ ਹੈ। ਸਾਡਾ ਮੋਰਚਾ ਜਿਹੜਾ ਇਹ ਚੱਲ ਰਿਹਾ ਸ਼ਾਂਤਮਈ 2 ਮਹੀਨੇ ਹੋ ਗਏ ਆ, ਸਾਨੂੰ ਕੋਈ ਨਿਆਂ ਨਹੀਂ ਦੇ ਰਿਹਾ। ਵੇਖੋ ਇੰਨੀਆਂ ਸਰਕਾਰਾਂ ਆਉਂਦੀਆਂ, ਅਸੀਂ ਵੋਟਾਂ ਪਾ ਕੇ ਇਹਨੂੰ ਬਣਾਇਆ ਹੈ, ਪਰ ਅਸੀਂ ਇਹ ਮੂੰਹ ਚੋਂ ਲਫ਼ਜ਼ ਨਹੀਂ ਕਰਦੇ ਮਾੜਾ, ਨਾ ਅਸੀਂ ਕਿਸੇ ਦੇ ਵਿਰੁੱਧ ਬੋਲਣਾ ਹੈ। ਸ਼ਾਂਤਮਈ ਧਰਨਾ ਚੱਲ ਰਿਹਾ। ਸਾਡੇ ਜਿਹੜੇ ਹਿੰਦੂ ਲੋਕ ਇੱਧਰ ਦੇ ਆ ਉਹ ਚਾਹੁੰਦੇ ਆ ਕਿ ਕੋਈ ਸਾਨੂੰ ਢੰਗ ਲੱਭੇ, ਇਹਨਾਂ ਨੂੰ ਅਸੀਂ ਘਸੁੰਨ ਮੁੱਕੀ ਕਰਾਈਏ, ਸਾਡੇ 'ਚ ਫੁੱਟ ਪਾਉਣੀ ਚਾਹੁੰਦੇ ਆ। ਪਰ ਅਸੀਂ ਬਿਆਨ ਦਿੰਦੇ ਆ ਤੁਹਾਡਾ ਠੀਕ ਹੈ, ਜੋ ਇੱਧਰ ਦੇ ਲੋਕ ਆ ਉਹ ਅਸੀਂ ਬਿਆਨ ਨਹੀਂ ਦਿੰਦੇ ਤੇ ਸਾਡੇ ਉਲਟ ਪ੍ਰਚਾਰ ਕਰ ਦਿੱਤੇ ਆ। ਉਲਟ ਪ੍ਰਚਾਰ ਕਰਦੇ ਇਸ ਕਰਕੇ 3 ਮਹੀਨੇ ਹੋ ਗਏ ਉੱਥੇ ਨਿੱਕੇ ਨਿੱਕੇ ਬੱਚੇ ਜਿਹੜੇ ਲਾਈਨ ਦੇ ਵਿੱਚ ਬੈਠੇ ਆ, ਲਾਈਨ ਦੇ ਵਿੱਚ ਬੈਠੇ। ਜੇ ਸਾਡੇ ਗੁਰੂਆਂ ਪੀਰਾਂ ਨੇ ਚਖੜੀਆਂ 'ਤੇ ਚੜ੍ਹ ਗਏ, ਬੰਦ ਕਟਵਾਏ, ਨੇਜਿਆਂ 'ਤੇ ਟੰਗੇ ਵੇਖੇ, ਸਿੱਖੀ ਸਿਦਕੇ ਸੰਗ ਨਿਭਾਇਆ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਅਰਦਾਸ 'ਚ ਆਉਂਦੇ ਆ। ਸਿੰਘਣੀਆਂ ਨੇ ਟੋਟੇ ਕਰਵਾ ਕੇ ਬੱਚਿਆਂ ਦੇ ਗਲਾਂ 'ਚ ਹਾਰ ਪਵਾਏ, ਨੇਜਿਆਂ 'ਤੇ ਟੰਗੇ ਦੇਖੇ, ਸਭ ਜਾਣਦੇ ਹੋ ਸਿੱਖੀ। ਤੇ ਸਾਡੇ ਜਿਹੜੀ ਹੈ ਲੈਣ ਦੇ ਵਿੱਚ ਧਰਨਾ ਕੀ ਉਹ ਘੱਟ ਹੈ? ਸੂਲਾਂ ਨਾਲੋਂ ਵੱਧ ਹੈ। ਜਿਹੜੇ ਪੱਥਰ ਸਾਡੇ ਖੁੱਭਦੇ ਆ, ਦਿਨੇ ਅਸੀਂ ਚੌਂਕੜਾ ਮਾਰ ਕੇ ਬੈਠਦੇ ਆ ਤੇ ਰਾਤ ਨੂੰ ਅਸੀਂ 2 ਘੰਟੇ ਆਰਾਮ ਕਰ ਲੈਂਦੇ ਆ, ਫਿਰ ਸਵੇਰੇ ਉੱਠ ਕੇ ਅਸੀਂ ਇਸ਼ਨਾਨ ਕਰਕੇ ਖੜੇ ਹੋ ਜਾਂਦੇ ਆ। 3 ਮਹੀਨੇ ਹੋ ਗਿਆ, ਸਾਨੂੰ ਕੋਈ ਨਹੀਂ ਨਿਆਂ ਦਿੱਤਾ। ਇੱਥੇ ਆਉਂਦਾ ਪ੍ਰਚਾਰ ਬਹੁਤ ਲੰਮਾ ਹੋ ਰਿਹਾ ਹੈ। ਫਿਰ ਅੱਗੇ ਰਾਈ ਰਾਹ ਪੁੱਛਦੇ, ਹੁਣ ਪੁੱਛਦੇ ਦਿੱਲੀ ਕਹਾਂ ਜਾਣਾ। ਅੱਗੇ ਰਾਈ ਰਾਹ ਪੁੱਛਦੇ, ਹੁਣ ਪੁੱਛਦੇ ਦਿੱਲੀ ਕਦੋਂ ਜਾਣਾ। ਆਓ ਜੀ ਦਿੱਲੀ ਚੱਲੀਏ। ਬੜੇ ਪਿਆਰ ਦੇ ਨਾਲ ਅਸੀਂ ਭਾਰੀ ਗਿਣਤੀ ਵਿੱਚ ਕਾਫਲਾ ਲੈ ਕੇ ਆਏ ਆ। ਇੱਥੇ ਦੇਖਿਆ ਹੈ। ਦੂਸਰੀ ਗੱਲ ਇੱਕ ਨੋਟ ਕਰ ਲਓ ਜੀ, ਬੇਨਤੀ ਕੀਤੀ ਆ, ਹਿੰਦੂ ਨੇ ਪ੍ਰਸਾਦਾ ਛਕਿਆ, ਕੜੀ ਚੌਲ ਬਣੇ ਸੀ ਇੱਧਰਲੇ ਲੰਗਰ 'ਚ, ਕੱਲ੍ਹ ਦੀ ਗੱਲ ਆ। ਤੇ ਉੱਠ ਕੇ ਖੜਾ ਹੋ ਗਿਆ, ਕਹਿੰਦਾ ਬਾਬਾ ਜੀ ਇਹ ਤੁਸੀਂ बोलिया है कि जितना खाना लाओ पेट में जा रहा है जूठा ना जावे, हम बात समझ गए हैं, पर ये दसो आपका धरना कितना दिन चलेगा? मैं क्या जो सानू मोदी लाल फैसला दे देंगे पर उहदे यकीन नहीं करांगे। सानू आगू बंदे जिहड़े आ वो बाहर निकल के कह देंगे साडा फैसला गया असीं तां जावांगे ते कहिंदे कि बाबा जी ये तुहाडा लम्मा धरना हो जे। मैं तू आस करदा लम्मा हो जे, क्यों? ਕਹਿੰਦਾ ਤੁਸੀਂ ਉੱਠ ਕੇ ਚੱਲ ਗਏ, ਫੈਸਲਾ ਹੋ ਗਿਆ ਤੇ ਅਸੀਂ ਖਾਣਾ ਕਿੱਥੋਂ ਖਾਵਾਂਗੇ? ਇਹ ਲੰਗਰ ਵੀ ਬੰਦ ਹੋ ਜਾਣਗੇ। ਇਹ ਉਹਦੇ ਕਹਿਣ ਦਾ ਭਾਵ ਆ ਜੀ, ਲੰਗਰ ਵੀ ਬੰਦ ਹੋ ਜਾਣਗੇ। ਫਿਰ ਬੱਚਾ ਜਿਹੜੇ ਛੋਟੇ ਇੱਧਰ ਦੇ ਲੋਕ ਆ ਭੁੱਖੇ ਆ, ਨਹੀਂ ਰੋਟੀ ਪਕਾ ਸਕਦੇ, ਨਹੀਂ ਘਰਾਂ 'ਚ ਖਾ ਸਕਦੇ, ਆਮ ਹੀ ਲੰਗਰ ਲੱਗੇ ਆ। ਵੇਖ ਲਓ ਉਹਦੀ ਫਰਿਆਦ ਜਿਹੜੀ ਆ, ਕੂਕ ਜਿਹੜੀ ਆ ਤਾਂ ਜਾਣ ਡਈ ਆ। ਇਸ ਕਰਕੇ ਧਰਨਾ ਜਿਹੜਾ ਲੰਮਾ ਹੋ ਗਿਆ ਜੀ। ਸੋ ਤੁਸੀਂ ਸੁਣਿਆ ਕਿ ਉਹਨਾਂ ਦਾ ਕਹਿਣਾ ਹੈ ਲੋ ਵੀ ਸਾਧ ਸੰਗਤ ਜੀ, ਗੱਲਾਂ ਤਾਂ ਬਹੁਤ ਕਰ ਲਈਆਂ, ਇੱਕ ਜੰਕਾਰੇ ਦਾ ਜਵਾਬ ਨਾ ਗੱਜ ਵੱਜ ਕੇ ਜੰਕਾਰੇ 'ਚ ਦੇਣਾ ਹੈ। ਬੋਲੇ ਸੋ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੰਕਾਰਾ ਜੰਗ ਤੇ ਜਾਣ ਲੱਗਾ ਛੱਡੀਦਾ ਹੁੰਦਾ, ਧਿਆਨ 'ਚ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਤੁਸੀਂ ਸੁਣਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸੰਘਰਸ਼ ਹੋਰ ਲੰਮਾ ਚੱਲ ਸਕਦਾ ਹੈ, ਲੇਕਿਨ ਇੱਥੇ ਜਿਹੜੀ ਜਿੱਤ ਹੋਏਗੀ ਇਸ ਅੰਦੋਲਨ ਦੀ, ਤੇ ਜਦੋਂ ਬੇਸ਼ੱਕ ਕੇਂਦਰ ਸਰਕਾਰ ਕਹਿ ਵੀ ਦਿੰਦੀ ਹੈ ਖੇਤੀ ਕਾਨੂੰਨ ਵਾਪਸ ਲੈਣੇ, ਪਰ ਵਿਸ਼ਵਾਸ ਉਦੋਂ ਹੀ ਹੋਵੇਗਾ ਜੋ ਕਿਸਾਨ ਆਗੂ ਕਹਿਣਗੇ। ਇਸ ਕਰਕੇ ਕਿਸਾਨ ਆਗੂਆਂ ਤੇ ਪੂਰਾ ਭਰੋਸਾ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ। ਦਿੱਲੀ ਤੋਂ ਕੈਮਰਾਮੈਨ ਸ਼ੈਰੀ ਦੇ ਨਾਲ ਅਮਨ ਮੋਹਨ ਮੁਜਾਦ ਦੀ ਰਿਪੋਰਟ, ਹਮਦਰਦ ਟੀਵੀ।